मेरी उम्र ਦੇ ਨਾਲ ਤੂੰ ਮੇਰੇ ਨਾਲ ਨਿਕਾਹ ਪੜਾਣਾ ਹੈ ਨਹੀਂ ਨਹੀਂ ਅੱਲਾ ਜਾਂ ਤੂੰ ਮੇਰੇ ਸ਼ਨਾਖਤੀ ਕਾਰਡ ਕਿਸੇ ਨੂੰ ਦੇਣਾ ਹੈ ਯਾਨੀ ਕਿ ਮੈਂ ਇੰਨੇ ਘੱਟ ਪੈਸਿਆਂ ਦੇ ਵਿੱਚ ਇਹੋ ਜਿਹਾ ਇੰਟਰਵਿਊ ਦਿਆਂ ਜਿਹਦੇ ਵਿੱਚ ਮੇਰੀ ਪਰਸਨਲ ਇਹੋ ਜਿਹੀ ਸਵਾਲ ਜਿਹਦਾ ਬਣਦਾ ਹੀ ਤੁਕ कोई नहीं कि ये जो काम है ना इस काम में एज नहीं है इस काम में आपकी परफॉर्मेंस है आप लोगों को कैसे नजर आते हैं कि मैं लोगों ਨੂੰ चुलबुली जी रूबी है ना भी नजर आवा ना कि कोई खरांट जई कोई बदतमीज जई मतलब लोगों ने इंज लगे कि हाँ बई रूबी है ना जड़ी है थिएटर ते प्यार करने वाली है लेकिन असा रूबी ने जदों भी देखा झिड़कदे होया देखा डांटदे होया लोगों देखा को ਤੁਸੀਂ ਜੇ ਕਿਸੇ ਨੂੰ ਝਿੜਕਦੇ ਹੋ ਨਾ ਤਾਂ ਰੂਹ ਰਾਜ਼ੀ ਹੋ ਜਾਂਦੀ ਹੈ या जिथे मैंने लगता मैं कंफर्टेबल हाँ मैं उत्थे काम करनी मैं हर जगह ते हुण काम नहीं कर सकती ਅਗਰ ਅੱਜ ਇੰਡੀਆ ਪਾਕਿਸਤਾਨ ਦਾ ਬਾਰਡਰ ਓਪਨ ਹੋ ਜੇ ਤੇ ਕਿ ਤੁਸੀਂ ਕੀ ਸਮਝੋ ਆਰਟਿਸਟ ਨੂੰ ਫਾਇਦਾ ਹੋਏਗਾ ਘਰ ਕੋਈ ਵੀ ਨਹੀਂ ਔਰਤ ਚਾਹੁੰਦੀ ਕਿ ਉਹਦਾ ਘਰ ਟੁੱਟੇ ਪਤਾ ਨਹੀਂ ਕੌਣ ਖਵਾਤੀਨ ਨੇ ਮੈਂ ਤੇ ਹਰ ਉਸ ਔਰਤ ਦੇ ਖਿਲਾਫ ਜਿਹੜੀ ਤਲਾਕ ਨੂੰ ਪ੍ਰਮੋਟ ਕਰਦੀ ਹੈ नासिर चिन्योटी is my love, my sweetheart, मेरी जींद मेरी जान। और नरगिस को बीट करना तो भी बहुत मुश्किल है नरगिस नहीं बीट कर सकते क्योंकि वो एक टैलेंटेड सी। अस्सलाम वालेकुम। वालेकुम अस्सलाम। कितनी उम्र होगी है ਤੁਹਾਡੀ मेरी उम्र ਦੇ ਨਾਲ ਤੂੰ ਮੇਰੇ ਨਾਲ ਨਿਕਾਹ ਪੜਾਣਾ ਹੈ ਨਹੀਂ ਨਹੀਂ ਅੱਲਾ ਜਾਂ ਤੂੰ ਮੇਰੇ ਸ਼ਨਾਖਤੀ ਕਾਰਡ ਕਿਸੇ ਨੂੰ ਦੇਣਾ ਹੈ ਨਹੀਂ ਤੇ ਫਿਰ ਉਮਰ ਦਾ ਕੀ ਸਵਾਲ ਬਣਦਾ ਹੈ ਇਸ ਟਾਈਮ ਬਗੈਰ ਯਾਨੀ ਕਿ ਮੈਂ ਇੰਨੇ ਘੱਟ ਪੈਸਿਆਂ ਦੇ ਵਿੱਚ ਇਹੋ ਜਿਹਾ ਇੰਟਰਵਿਊ ਦਿਆਂ ਜਿਹਦੇ ਵਿੱਚ ਮੇਰੀ ਪਰਸਨਲ ਇਹੋ ਜਿਹੀ ਸਵਾਲ ਜਿਹਦਾ ਬਣਦਾ ਹੀ ਤੁਕ ਕੋਈ ਨਹੀਂ ਪੈਸੇ ਤਾਂ ਆਪਾਂ ਦੇਣੇ ਹੀ ਨਹੀਂ ਤੁਹਾਨੂੰ ਪਰ ਪੈਸੇ ਮੈਂ ਤੋਂ ਬਗੈਰ ਤੇ ਮੈਂ ਕੰਮ ਕਰਦੀ ਨਹੀਂ ਮੈਂ ਇਹ ਤੁਸੀਂ ਗਜ਼ਲ ਕੋਲ ਹੀ ਲੈਣੇ ਨੇ ਬਾਕੀ ਗੱਲ ਇਹ ਹੈ ਕਿ ਉਮਰ ਦੇ ਨਾਲ ਮੈਂ ਤੁਹਾਡਾ ਤਜਰਬਾ ਵੇਖਣਾ ਚਾਹਨਾ ਜਿਹੜਾ ਤੁਸੀਂ ਇੰਡਸਟਰੀ ਨੂੰ ਦਿੱਤਾ ਇੱਥੇ ਸਟੇਜ ਨੂੰ ਦਿੱਤਾ ਔਰ ਉਹਦੇ ਉਸ ਤੋਂ ਇਲਾਵਾ ਤੁਸੀਂ ਪਾਕਿਸਤਾਨ ਦਾ ਨਾਮ ਦੂਸਰੇ ਮਮਾਲਿਕ ਦੀਆਂ ਫਿਲਮਾਂ 'ਚ ਕਰਕੇ ਰੋਸ਼ਨ ਕੀਤਾ ਬਹੁਤ ਵੱਡਾ ਨਾਂ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਦਿੱਤਾ ਦੇ ਮੈਂ ਬਸ ਉਹਦੇ ਲਈ ਤੁਹਾਡੀ ਉਮਰ ਦਰਿਆਫਤ ਕਰਨਾ ਚਾਹੁੰਦਾ ਮੇਰੀ ਇੰਨੀ ਉਮਰ ਹੈ ਕਿ ਮੈਂ ਅਲਹਮਦੁਲਿल्लाह ਰੱਬਿਲ ਆਲਮੀਨ ਮੈਂ ਆਪਣੇ ਜਾਵੇਦ ਕੋਡੂ ਨਾਲ ਵੀ ਐਜ਼ ਅ ਹੀਰੋਇਨ ਕੰਮ ਕੀਤਾ ਤੇ ਲੋਕਾਂ ਨੇ ਪਸੰਦ ਕੀਤਾ आज मैं विक्की कौडू नाल कर रही हूँ लोग उन्होंने भी पसंद कर रहे हैं ऐसा मतलब है कि ये जो काम है ना इस काम में एज नहीं है इस काम में आपकी परफॉर्मेंस है आप लोगों को कैसे नज़र आते हैं तो मैं कोशिश करनी है कि मैं लोगों को चुलबुली जी रूबी है ना भी नज़र आवा ना कि कोई खरांट जई कोई बदतमीज जई मतलब लोगों ने इंज लगे कि हाँ बई रूबी है ना जड़ी है थिएटर ते प्यार करने वाली है लेकिन असा रूबी ने जदों भी देखा झिड़कदे होया देखा डांटदे होया देखा लड़दे होया नहीं नहीं ਐਕਟ ਜਿਹੜਾ ਸੈੱਟ ਤੇ ਜਿਹੜਾ ਐਕਟ ਤੁਹਾਨੂੰ ਮਿਲਦਾ ਹੈ ਜਿਹਦੇ ਵਿੱਚ ਜਿੱਦਾਂ ਅਸੀਂ ਵੀ ਤੁਹਾਡੇ ਮੱਦਾਮ ਆਵੇਂ ਤੁਸੀਂ ਜੇ ਕਿਸੇ ਨੂੰ ਝਿੜਕਦੇ ਹੋ ਨਾ ਤਾਂ ਰੂਹ ਰਾਜ਼ੀ ਹੋ ਜਾਂਦੀ ਹੈ ਅੱਛਾ ਐਕਚੁਅਲੀ ਮੈਂ ਤੁਹਾਨੂੰ ਗੱਲ ਦੱਸਾਂ ਕਿ ਵੀਰੇ ਅੱਲਾਹ ਤਾਲਾ ਨੇ ਨਾ ਲੋਕਾਂ ਨੂੰ ਨਾ ਹਰ ਬੰਦੇ ਨੂੰ ਉਹਦੀ ਆਪਣੀ ਖੁਸ਼ਬੂ ਦਿੱਤੀ ਹੈ ਮੈਂ ਡਾਂਸਰ ਨਹੀਂ ਮੈਂ ਇੱਕ ਸਿੰਗਰ ਵੀ ਨਹੀਂ ਠੀਕ ਹੈ ਮੈਂ ਇੱਕ ਆਰਟਿਸਟ ਹਾਂ ਔਰ ਸ਼ਾਇਦ ਮੇਰਾ ਸਾਰਾ ਫੋਕਸ ਕੰਮ ਦੇ ਉੱਤੇ ਹੈ ਵੇ ਅੱਲਾਹ ਤਾਲਾ ਨੇ ਮੈਨੂੰ ਇੱਕ ਆਵਾਜ਼ ਦਿੱਤੀ ਹੈ ਔਰ ਮੇਰੇ ਅੱਲਾਹ ਤਾਲਾ ਨੇ ਲੋਕਾਂ ਦੇ ਵਿੱਚ ਮੇਰੀ ਇਹ ਪਹਿਚਾਣ ਦਿੱਤੀ ਹੈ ਕਿ ਮੈਂ ਕਿਸੇ ਦੇ ਨਾਲ ਪਿਆਰ ਨਾਲ ਵੀ ਗੱਲ ਕਰਾਂ ਤੇ ਲੱਗ ਰਿਹਾ ਹੁੰਦਾ ਕਿ ਸ਼ਾਇਦ ਮੈਂ ਕੋਈ ਲੜ ਰਹੀ ਹਾਂ ਤੇ ਸ਼ੁਕਰ ਅਲਹਮਦੁਲਿल्लाह ਅੱਲਾ ਨੇ ਮੇਰਾ ਜਿਹੜਾ ਇਹ ਸ਼ੇਡ ਬਣਾਇਆ ਹੈ ਪੂਰੀ ਦੁਨੀਆ ਦੇ ਵਿੱਚ ਮੇਰਾ ਮਾਲਿਕ ਮੈਨੂੰ ਰਹਿਮਤਾਂ ਕਰ ਰਿਹਾ ਕਰਮ ਕਰ ਰਿਹਾ ਮੈਂ ਆਪਣੇ ਰੱਬ ਦਾ ਜਿੰਨਾ ਸ਼ੁਕਰ ਅਦਾ ਕਰਾਂ ਕਿ ਜਿੰਨਾ ਕੁ ਮੈਂ ਖੇਡ ਕੇ ਆਈ ਹਾਂ ਜਿੰਨਾ ਟਾਈਮ ਮੈਂ ਕੱਢਿਆ ਅਲਹਮਦੁਲਿल्लाह ਰੱਬਿਲ ਆਲਮੀਨ ਇਹ ਸਿਵਾਏ ਖੁਦਾ ਦੀ ਰਹਿਮਤ ਤੋਂ ਸਿਰਫ ਦੁਆਵਾਂ ਤੋਂ ਇਲਾਵਾ ਨਹੀਂ ਜੀ ਹੋ ਸਕਦਾ ਮੈਂ ਜੋ ਕੁਝ ਵੀ ਹਾਂ ਅੱਲਾਹ ਤਾਲਾ ਦੀ ਰਹਿਮਤ ਨਾਲ ਮੇਰੇ ਮਾਂ-ਬਾਪ ਦੀਆਂ ਔਰ ਜਿਹੜੇ ਵੇਖਣ ਵਾਲੇ ਮੇਰੇ ਵੀਵਰਸ ਨੇ ਇਹਨਾਂ ਦੀਆਂ ਦੁਆਵਾਂ ਦੇ ਨਾਲ ਅਲਹਮਦੁਲਿल्लाह ਰੱਬਿਲ ਆਲਮੀਨ ਤੁਸੀਂ ਵਾਹਿਦ ਖਾਤੂਨ ਹੋ ਸਟੇਜ ਦੇ ਜਿਨ੍ਹਾਂ ਦੂਸਰੇ ਮੁਲਕਾਂ ਦੀ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੂੰ ਮੌਕਾ ਮਿਲਿਆ ਸ਼ਾਇਦ ਅੱਗੋਂ ਕੋਈ ਹੋਰ ਜਾਏ ਜਾਂ ਨਾ ਜਾਏ ਬਾਅਦ ਦੀ ਡਿਬੇਟ ਹੈ ਤੇ ਕਿੱਦਾਂ ਫੀਲ ਕਰਦੇ ਹੋ ਤੁਸੀਂ ਆਪਣੀ ਇਸ ਇੰਡਸਟਰੀ ਤੋਂ ਉੱਤੇ ਤੁਹਾਨੂੰ ਚੂਜ਼ ਕਿਨੇ ਕੀਤਾ ਔਰ ਰੋਲ ਤੁਹਾਡੇ ਲਈ ਕਿਸ ਨੇ ਸੁਜੈਸਟ ਕੀਤਾ ਜਿਹਦੇ ਤੁਸੀਂ 100% ਫਿਟ ਬੈਠੇ देखो एक तो अल्लाह ताला दी रहमत मैं पहला कभी फिल्म ना पाकिस्तानी की है तो ना मैं मूवीज़ मैं शॉर्ट मूवी नहीं की तो अल्लाह ताला दी एक रहमत है कि परवरदिगार ने हाजी इफ्तिखार ठाकुर साहब नू अकरम उदास साहब नू हाजी नासिर चिन्योटी साहब नू इन्ना नवाजिया तो वो रोल जिहड़ा सी किते ना किते मेरा जिहड़े डायरैक्टर ने जजोत सिंह उन्होंने दिमाग सी और फिर रिदम बॉयज़ दे जिहड़े इस फिल्म के प्रोड्यूसर्स ने
ਕਾਰਜ ਗਿੱਲ ਸਾਹਿਬ, ਉਹਨਾਂ ਦੇ ਦਿਮਾਗ 'ਚ ਵੀ ਹੋਏਗਾ। ਤੇ ਇਹਨਾਂ ਨੇ ਆਪਸ ਵਿੱਚ ਅਮਰਿੰਦਰ ਭਾਜੀ ਇਹਨਾਂ ਸਾਰਿਆਂ ਨੇ ਕਿਹਾ ਕਿ ਇਹ ਵਾਲਾ ਰੋਲ ਅਗਰ ਪਾਕਿਸਤਾਨ ਤੋਂ ਕੋਈ ਫੀਮੇਲ ਲਿੱਤੀ ਜਾਵੇ ਤੇ ਫਿਰ ਅਲਹਮਦੁਲਿल्लाह ਰੱਬਿਲ ਆਲਮੀਨ ਅੱਜ ਮੈਂ ਪੂਰੀ ਦੁਨੀਆ ਦੇ ਵਿੱਚ ਸਫ਼ਰ ਕਰਨੀ ਆ। ਮੇਰਾ ਪੂਰਾ ਜ਼ਿੰਦਗੀ ਦਾ ਜਿਹੜਾ ਸਫ਼ਰ ਇੱਕ ਸਾਈਡ ਤੇ, ਲੇਕਿਨ ਜੋ ਮੈਂ ਮੂਵੀ ਚੱਲ ਮੇਰਾ ਪੁੱਤ 2 ਔਰ 3 ਕੀਤੀ ਹੈ, ਇਹਦੀ ਜਿਹੜੀ ਪਛਾਣ ਹੈ, ਇਹਦੀ ਜਿਹੜੀ ਮੁਹੱਬਤ ਹੈ, ਇਹ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਕਿ ਇਹ ਮੈਂ ਰੀਸੈਂਟਲੀ ਆਈ ਹਾਂ ਤੇ ਮੈਨੂੰ 에ਅਰਪੋਰਟ ਤੇ ਭਾਵੇਂ ਇੰਡੀਅਨ ਸਨ ਭਾਵੇਂ ਬੰਗਲਾਦੇਸ਼ੀ ਸਨ, ਜਿੱਥੇ ਜਿੱਥੇ ਉਰਦੂ ਤੇ ਪੰਜਾਬੀ ਸਮਝੀ ਜਾਂਦੀ ਹੈ, ਲੋਕਾਂ ਨੇ ਮੈਨੂੰ ਬਹੁਤ ਮੁਹੱਬਤ ਕੀਤੀ ਹੈ। ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਉਹ ਇੰਡੀਆ ਦੇ ਲੋਕ ਕਿੱਦਾਂ ਦੇ ਨੇ, ਉਹ ਪੰਜਾਬੀ ਕਿੱਦਾਂ ਦੇ ਨੇ, ਮੁਹੱਬਤ ਉਹ ਕਿੱਦਾਂ ਦੀ ਕਰਦੇ ਨੇ? ਉਹ ਇੰਝ ਹੀ ਨੇ ਕਿ ਸ਼ਾਇਦ ਮੈਂ ਉਹਨਾਂ ਦੀ ਤਾਰੀਫ ਮੁਕੰਮਲ ਵੀ ਨਾ ਕਰ ਸਕਾਂ, ਉਹ ਐਡੇ ਕੁ ਪਿਆਰੇ ਲੋਕ ਨੇ। ਉਹ ਬਾਬਾ ਗੁਰੂ ਨਾਨਕ ਜੀ ਦੇ ਹਰ ਜੋ ਅਕਸ਼ਰ ਉਹਨਾਂ ਨੇ ਕਿਹਾ, ਜੋ ਆਖਿਆ ਉਹਨਾਂ ਨੇ, ਉਹਦੇ ਤੇ ਅਮਲ ਕਰਦੇ ਨੇ। ਆਪਣੀਆਂ ਬੁੱਢੀਆਂ ਦੇ ਨਾਲ ਐਡੇ ਇਮਾਨਦਾਰ ਨੇ, ਹਰ ਔਰਤ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਨੇ, ਕਿਸੇ ਦਾ ਹੱਕ ਨਹੀਂ ਰੱਖਦੇ, ਔਰ ਜੋ ਰਿਸਪੈਕਟ ਇੱਕ ਫੀਮੇਲ ਦੀ ਉਹ ਕਰਦੇ ਨੇ। ਮੇਰੇ ਖਿਆਲ 'ਚ ਹਾਲੀਵੁੱਡ ਵਾਲੇ, ਮੈਂ ਕਿਉਂਕਿ ਕੀਤਾ ਨਹੀਂ, ਲੇਕਿਨ ਮੇਰਾ ਨਹੀਂ ਖਿਆਲ ਕਿ ਇੰਨੀ ਰਿਸਪੈਕਟ ਕੋਈ ਹੋਰ ਕਿਸੇ ਫੀਮੇਲ ਦੀ ਕਰਦਾ ਵੇ ਜਿੰਨਾ ਉਹ ਕਰਦੇ ਨੇ। ਸਾਡੇ ਨਾਲ 2 ਬੰਦੇ ਇੱਕ ਫੀਮੇਲ, 3 ਬੰਦੇ, ਭਾਵੇਂ ਅਸੀਂ 10 ਦਿਨ ਕੰਮ ਕਰਨਾ, ਭਾਵੇਂ 2 ਮਹੀਨੇ ਕੰਮ ਕਰਨਾ, ਉਹਨਾਂ ਨੇ ਸਾਡੇ ਨਾਲ ਏ। ਉਹਨਾਂ ਨੇ ਸਾਡੇ ਖਾਣ ਪੀਣ, ਪਾਨ ਲਾਨ, ਸੌਣ ਜਾਗਣ, ਹਰ ਚੀਜ਼ ਦਾ ਟਾਈਮ ਹੈ ਕਿ ਸਾਨੂੰ ਟਾਈਮ ਤੇ ਸੁਲਾਣਾ ਹੈ, ਟਾਈਮ ਤੇ ਉੱਠਣਾ ਹੈ। ਉਹਨਾਂ ਦੀ ਇੱਕ ਲਾਈਫ ਹੈ, ਉਹ ਕੰਮ ਨੂੰ ਕੰਮ ਸਮਝਦੇ ਨੇ। ਤੇ ਜਿਹੜਾ ਕੰਮ ਨੂੰ ਕੰਮ ਸਮਝਦਾ ਜਾਂ ਕੰਮ ਨੂੰ ਇਬਾਦਤ ਸਮਝਦਾ ਤੇ ਰੱਬ ਉਹਨਾਂ ਨੂੰ ਕਿਉਂ ਨਹੀਂ ਬਰਕਤ ਦੇਗਾ? ਅਮਰਿੰਦਰ ਗਿੱਲ ਨਾਲ ਤੁਸੀਂ ਕੰਮ ਕੀਤਾ ਔਰ ਮਾਂ ਦਾ ਉਹਨਾਂ ਦੀ ਦਾ ਰੋਲ, ਵੇ ਮਾਂ ਦਾ ਨਹੀਂ ਕੀਤਾ ਵੇ ਜ਼ਾਲਮਾ, ਯਾਨੀ ਉਹ ਨਜ਼ਰ ਜਿਹੜਾ ਆਉਂਦਾ ਉਹ ਮਾਂ ਉਹਦਾ ਹੀ ਤੁਸੀਂ ਨੂੰ ਉਹ ਸਮਝਦਾ ਹੁੰਦਾ ਹੈ, ਉਹ ਤੇ ਤੁਸੀਂ ਦਾ ਬੇਟਾ ਮਰ ਗਿਆ ਹੁੰਦਾ ਹੈ। ਹਾਂ, ਯਾਨੀ ਕਿ ਇੱਕੋ ਚੀਜ਼ ਉਹਦਾ ਵਾਈਬ ਜਿਹੜੀ ਹੈ ਤੁਹਾਡੀ ਮਾਂ ਦੀ, ਫਿਰ ਉਹ ਜਿਹੜਾ ਕਿਉਂਕਿ ਨੂੰ ਬਣਾਉਂਦੇ ਹੋ ਮੈਂ ਤੁਸੀਂ। ਅੱਗੇ ਜਾ ਕੇ ਉਹਦੇ ਨਾਲ ਭਾਵੇਂ ਹੀਰ ਬਣਾਣਾ ਹੋਵੇ, ਤੇਰਾ ਖਾਨਾ ਖਰਾਬ ਹੋਵੇ, ਹਾਂ ਹਾਏ ਵੇਖ ਤੇ ਸਹੀ ਮੈਨੂੰ ਦੀ ਮਾਂ ਬਣਾਤਾ ਵੇ। ਮੈਂ ਤੁਹਾਨੂੰ ਦੱਸਦਾ ਜੀ, ਨਹੀਂ ਅਮਰਿੰਦਰ ਗਿੱਲ ਮੇਰੇ ਖਿਆਲ ਦੇ ਵਿੱਚ ਕਾਸ਼ ਕਿ ਮੇਰਾ ਵਸ ਨਹੀਂ ਚੱਲਦਾ ਕਿ ਮੈਂ ਉਹਦੇ ਬਾਰੇ 'ਚ ਤੁਹਾਨੂੰ ਕੀ ਦੱਸਾਂ ਕਿ ਉਹ ਕਿੰਨਾ ਕੁ ਅੱਛਾ ਇਨਸਾਨ ਹੈ, ਕਿੰਨਾ ਪਿਆਰ ਕਰਨ ਵਾਲਾ। ਉਹ ਹਾਜੀ ਠਾਕਰ ਸਾਹਿਬ ਦੇ ਕੋਲ ਬਵੇਗਾ ਤੇ ਉਹਨਾਂ ਕੋਲੋਂ, ਜੇ ਉਹ ਨਾਸਰ ਕੋਲ, ਅਕਰਮ ਕੋਲ, ਕਿ ਜਿਹਦਾ ਵੀ ਆਰਟਿਸਟ ਹੈ, ਭਾਵੇਂ ਇੰਡੀਅਨ ਹੈ ਪਾਕਿਸਤਾਨੀ ਆ, ਉਹਨਾਂ ਨੇ ਸਾਨੂੰ ਕਦੀ ਇਹ ਫੀਲ ਨਹੀਂ ਹੋਣ ਦਿੱਤਾ ਕਿਸੇ ਦੂਜੇ ਆ। ਉਹਨਾਂ ਨੇ ਸਾਨੂੰ ਹਮੇਸ਼ਾ ਇਹੋ ਹੀ ਪਿਆਰ ਦਿੱਤਾ ਹੈ ਕਿ ਜਿਵੇਂ ਅਸੀਂ ਉਹਨਾਂ ਦੇ ਨਾਲ ਹੀ ਜੰਮੇ ਆ ਤੇ ਉਹਨਾਂ ਦੇ ਨਾਲ ਖੇਡ ਕੇ ਵੱਡੇ ਹੋਏ ਆ। ਮਿਜ਼ਾਜ ਕਿੱਦਾਂ ਦਾ ਸੀ ਉਹਦਾ, ਤੁਹਾਡੇ ਨਾਲ ਅਟਰੈਕਸ਼ਨ ਕਿੱਦਾਂ ਦੀ ਸੀ, ਗੱਲਬਾਤ ਕੀ ਕਰਦੇ, ਕੋਈ ਵਾਕਿਆ ਸੁਣਾਓ। ਮੈਂ ਪਹਿਲੇ ਦਿਨ ਜਿਸ ਦਿਨ ਗਈ ਆ, ਮੈਂ ਤੇ ਇਕੱਠੇ ਗਏ ਆ ਹਾਜੀ ਠਾਕੁਰ ਸਾਹਿਬ ਪਹਿਲੇ ਦਿਨ ਨਾ, ਤੇ ਉਹ ਅਮਰਿੰਦਰ ਗਿੱਲ ਸਾਹਿਬ, ਬਾਕੀ ਕਿਉਂਕਿ ਸ਼ੂਟਿੰਗ ਚੱਲ ਰਹੀ ਸੀ, ਅਮਰਿੰਦਰ ਭਾਜੀ ਔਰ ਗੁਰਸ਼ਬਦ ਇਹ ਦੋਵੇਂ ਸਾਡਾ ਵੇਟ ਕਰ ਰਹੇ ਸਨ। ਔਰ ਅਸੀਂ ਮੈਂ 2:30 ਵਜੇ ਪਹੁੰਚਿਆ, ਉਹਨਾਂ ਨੇ ਸਾਨੂੰ ਬਹੁਤ ਵੈਲਕਮ ਕੀਤਾ, ਸਾਨੂੰ ਜਾਂਦੇ ਆ ਖਾਣਾ ਖਿਲਾਇਆ ਔਰ ਬਹੁਤ ਮੁਹੱਬਤ ਕੀਤੀ, ਸੌਫਟ ਮੈਨੂੰ ਮੇਰੇ ਡਰਾਮਿਆਂ ਦਾ ਦੱਸਿਆ। ਅੱਛਾ ਹੁਣ ਮੇਰੇ ਜ਼ਿਹਨ 'ਚ ਕਿ ਮੈਂ ਅੱਜ ਗਈ ਹਾਂ ਤੇ ਮੈਨੂੰ 1-2 ਦਿਨ ਰੈਸਟ ਕਰਨ ਵਾਸਤੇ ਦੇਣਗੇ ਔਰ ਕਹਿਣਗੇ ਕਿ ਨਾ ਕਿ ਇਹ ਸ਼ੂਟਿੰਗ ਫਲਾਣੇ ਦਿਨ ਹੈ। ਅਸੀਂ ਜਦੋਂ ਖਾਣਾ ਵਾਣਾ ਖਾ ਲਿਆ ਤੇ ਕਹਿੰਦੇ ਮੈਮ ਜੀ ਹੁਣ ਇਹਦਾ ਨਾ ਕਿ ਸੁਬਾਹ 8 ਵਜੇ ਮੁਲਾਕਾਤ ਹੁੰਦੀ ਹੈ। ਮੈਂ ਕਿਹਾ ਜੀ ਸੁਬਾਹ 8 ਵਜੇ, ਮੇਰੇ ਖਿਆਲ 'ਚ ਉਸ ਟਾਈਮ ਵੱਜ ਗਏ ਸਨ 4-4:30। ਮੈਂ ਕਿਹਾ ਜੀ 8 ਵਜੇ? ਕਹਿੰਦੇ ਤੁਹਾਡਾ ਪਹਿਲਾ ਸੀਨ 8 ਵਜੇ ਹੈ। ਤੁਸੀਂ ਯਕੀਨ ਕਰੋ ਮੇਰੇ ਵਾਸਤੇ ਇਹ ਬੜਾ ਵੱਡਾ ਸੀ ਕਿ ਹਾਏ 8 ਵਜੇ। ਲੇਕਿਨ ਫਿਰ ਉਹਨਾਂ ਨੇ ਇੰਨੀ ਮੁਹੱਬਤ ਕੀਤੀ, ਫਿਰ ਉਹਨਾਂ ਨੇ ਸ਼ੈਡਿਊਲ ਇੰਝ ਦਾ ਬਣਾਇਆ ਕਿ ਉੱਥੇ ਜਿਹੜੇ ਲੋਕ ਸਨ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਫਿਲਮ ਕਿਵੇਂ ਕਰ ਗਈ ਹਾਂ। ਘਰ ਵਾਲੀ ਗੱਲ ਹੋ ਗਈ, ਘਰ ਸ਼ਰਾਰਤਾਂ। ਮੇਰਾ ਫੇਸਬੁੱਕ ਚੈੱਕ ਕਰ ਲਓ, ਮੇਰੇ ਪੇਜ ਤੇ ਚਲੇ ਜਾਓ, ਤੁਹਾਨੂੰ ਮੇਰੀਆਂ ਸ਼ਰਾਰਤਾਂ, ਮੇਰੀ ਵੀਡੀਓਜ਼ ਹਾਜੀ ਠਾਕਰ ਨੇ ਆਪਣੇ ਪੇਜ ਤੇ ਬਹੁਤ ਪਾਇਆ, ਤੁਸੀਂ ਵੇਖੋ। ਅਸੀਂ ਸਿਰਫ ਸ਼ਰਾਰਤਾਂ ਹੀ ਕਰਦੇ ਰਹੇ ਹਾਂ, ਅਸੀਂ ਕਿਸੇ ਚੀਜ਼ ਨੂੰ ਟੈਨਸ਼ਨ ਨਹੀਂ ਲਿੱਤੀ। ਅਸੀਂ ਅਲਹਮਦੁਲਿल्लाह ਰੱਬਿਲ ਆਲਮੀਨ ਕੰਮ ਨੂੰ ਸੀਰੀਅਸ ਲਿੱਤਾ। ਜਿਵੇਂ ਕੰਮ ਐਡਾ ਖੂਬਸੂਰਤ ਹੈ, ਸਾਡੀ ਜਿਹੜੀ ਹੀਰੋਇਨ ਹੈ, ਅੱਲਾ ਕਿਆ ਬਾਤ ਹੈ। ਮੈਂ ਕਹਿੰਦੀ ਹਾਂ ਉਹ ਮਿਲਣ ਵਾਸਤੇ ਆਈ ਹੈ, ਮੈਨੂੰ ਕਿੰਨੀ ਦੇਰ ਲੱਗਿਆ ਹੀ ਨਹੀਂ ਕਿ ਇਹ ਹੀਰੋਇਨ, ਔਰ ਮੈਨੂੰ ਲੱਗਾ ਕੋਈ ਛੋਟੀ ਜਿਹੀ ਬੱਚੀ ਫਿਰ ਰਹੀ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਇਸ ਕਦਰ ਅੱਛੀ ਆਰਟਿਸਟ ਸਾਡੀ। ਮੈਨੂੰ ਇਹ ਦੱਸੋ ਇੱਥੇ ਦੀ ਅਰਨਿੰਗ ਜਿਹੜੀ ਤੁਸੀਂ ਸਟੇਜ ਉੱਤੇ ਕਰਦੇ ਹੋ ਤੇ ਉਹਦੇ ਫਿਲਮ ਦੀ ਅਰਨਿੰਗ ਕਿੰਨਾ ਫਰਕ ਹੈ? ਦੇਖੋ ਪੈਸੇ, ਮੈਂ ਤੇ ਸ਼ਾਇਦ ਪੈਸਿਆਂ ਨੂੰ ਇੰਨਾ ਜ਼ਿਆਦਾ, ਇਮਾਨਦਾਰੀ ਦੀ ਗੱਲ ਹੈ, ਜੋ ਮੇਰੇ ਮੁਕੱਦਰਾਂ ਦਾ ਹੁੰਦਾ ਹੈ ਉਹ ਅੱਲਾਹ ਤਾਲਾ ਦੇ ਦਿੰਦਾ, ਮੇਰਾ ਮਾਲਿਕ। ਜਿਵੇਂ ਤੁਹਾਡੇ ਕੋਲ ਮੈਂ ਕਢਾ ਲੈਣੇ ਨੇ, ਇਹ ਮੁਸ਼ਕਿਲ ਹੈ। ਨਹੀਂ ਨਾ ਮੁਮਕਿਨ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਮੈਂ ਤੁਹਾਡੇ ਤੇ ਕੇਸ ਕਰਾ ਦੇਵਾਂਗੀ। ਕੋਈ ਨਾ, ਸਾਡੇ ਕੋਲ ਵਕੀਲ ਹੈ ਗਜ਼ਲ। ਚਲੋ ਠੀਕ ਹੈ, ਉਹ ਮੇਰਾ ਉਹ ਜੱਜ ਹੈ। ਅੱਛਾ ਜੀ। ਤੇ ਅਲਹਮਦੁਲਿल्लाह
ਜੋ ਨਸੀਬਾਂ ਦਾ ਹੁੰਦਾ ਅੱਲਾ ਦੇ ਦਿੰਦਾ ਪਰਵਰਦੀਗਾਰ। ਮੈਂ ਮਾਸ਼ਾਅੱਲਾ ਚੱਲ ਮੇਰਾ ਪੁੱਤ 2 ਕੀਤੀ, ਚੱਲ ਮੇਰਾ ਪੁੱਤ 3 ਕੀਤੀ, ਫਿਰ ਉਸ ਤੋਂ ਬਾਅਦ ਮੈਂ ਮੇਰੇ ਹਸਬੈਂਡ ਨੇ ਵੀ ਨਾਲ ਪ੍ਰੋਡਿਊਸ ਕੀਤੀ ਫਿਲਮ ਡਰਾਮੇ ਵਾਲੇ। ਮੈਂ ਮਾਸ਼ਾਅੱਲਾ ਉਹ ਵੀ ਫਿਲਮ ਕੀਤੀ, 3 ਮੂਵੀਜ਼ ਮੈਂ ਕੀਤੀਆਂ ਨੇ। ਮੇਰਾ ਪੂਰਾ ਕਰੀਅਰ ਇੱਕ ਪਾਸੇ ਮੇਰਾ ਥੀਏਟਰ ਦਾ, ਲੇਕਿਨ ਜੋ ਮੈਂ ਮੂਵੀਜ਼ ਕੀਤੀਆਂ ਉਹਦਾ ਮੈਨੂੰ ਰਿਸਪੌਂਸ ਅੱਲਾ ਨੇ ਬਹੁਤ ਅੱਛਾ ਦਿੱਤਾ। ਫਰਕ ਥੋੜਾ ਜਿਹਾ ਦੱਸ ਦਿਓ, ਐਗਜ਼ੈਕਟ ਅਮਾਉਂਟ ਨਹੀਂ ਪੁੱਛਦਾ, ਯਾਨੀ ਕਿ ਕਿਸ ਗੁਣਾ, 10 ਗੁਣਾ ਫਰਕ ਹੈ, 30 ਗੁਣਾ ਫਰਕ ਹੈ? ਨਹੀਂ ਅੱਲਾਹ ਤਾਲਾ ਰਹਿਮਤ ਕਰੇ, ਪਰਵਰਦੀਗਾਰ ਪੇਮੈਂਟ ਤੇ ਜਿਹੜੀ ਜਿੰਨੇ ਤੁਹਾਨੂੰ ਤੁਹਾਡੇ ਮੁਕੱਦਰਾਂ ਦਾ ਹੁੰਦਾ ਅੱਲਾ ਦੇ ਦਿੰਦਾ। ਤੁਸੀਂ ਨਹੀਂ ਦੱਸਣਾ ਯਾਨੀ ਕਿ? ਨਹੀਂ ਪੈਸਿਆਂ ਦੀ ਏਡੀ ਵੱਡੀ ਕੋਈ ਗੱਲ ਨਹੀਂ ਹੈਗੀ, ਲੇਕਿਨ ਠੀਕ ਹੈ, ਬਿਹਤਰੀਨ ਹੈ, ਸ਼ੁਕਰ ਉਸ ਅਲਹਮਦੁਲਿਲਾ। ਇੱਜ਼ਤ ਨੂੰ ਤਾਂ ਵਾਕਈ ਕੰਪੇਅਰ ਨਹੀਂ ਕੀਤਾ ਜਾ ਸਕਦਾ, ਜਿਹੜੀ ਸ਼ੋਹਰਤ, ਜਿਹੜੀ ਉਹਦੇ ਨਾਲ ਇੱਜ਼ਤ ਔਰ ਜਿਹੜਾ ਮਾਨ ਸਨਮਾਨ ਮਿਲਿਆ। ਲੇਕਿਨ ਫਿਰ ਵੀ ਹੁੰਦਾ ਹੈ ਨਾ ਕਿ ਇੱਕ ਇੰਡਸਟਰੀ ਹੈ ਪੂਰੀ ਜਿਹਦੇ ਉੱਤੇ ਤੁਸੀਂ ਪਰਫਾਰਮ ਕਰਦੇ ਹੋ, ਵੀਕਲੀ ਤੁਹਾਡੀ ਪੇਮੈਂਟ ਹੁੰਦੀ ਹੈ। ਇਹਦਾ ਉਸ ਮੂਵੀ ਉੱਤੇ ਵੀ ਤੁਸੀਂ ਕੁਝ ਟਾਈਮ ਸਪੈਂਡ ਕੀਤਾ? ਅੱਛਾ, ਇਤਫਾਕ ਦੀ ਗੱਲ ਹੈ ਕਿ ਜਿਨ੍ਹਾਂ ਦਿਨਾਂ 'ਚ ਮੈਂ ਮੂਵੀਜ਼ ਕੀਤੀ ਉਹਨਾਂ ਦਿਨਾਂ 'ਚ ਮੈਂ ਸਿਰਫ ਆਫਤਾਬ ਇਕਬਾਲ ਸਾਹਿਬ ਨਾਲ ਕੰਮ ਕਰ ਰਹੀ ਸਾਂ। ਥੀਏਟਰ ਤੇ ਮੈਂ 14 ਸਾਲ ਵਿੱਚੋਂ ਕੀਤਾ ਹੀ ਨਹੀਂ। ਥੀਏਟਰ ਤੇ ਮੈਂ 2005 'ਚ ਦੁਬਾਰਾ ਸ਼ੁਰੂ ਕੀਤਾ ਥੋੜਾ ਆਪਣੀ ਮਰਜ਼ੀ ਦਾ। ਮੈਂ ਹੁਣ ਆਪਣੀ ਮਰਜ਼ੀ ਨਾਲ ਕੰਮ ਕਰਨੀ ਹੈ, ਸਿਲੈਕਟਿਵ ਕੰਮ ਕਰਨੀ, ਜੋ ਮੈਨੂੰ ਪਸੰਦ ਹੈ ਜਾਂ ਜਿੱਥੇ ਮੈਨੂੰ ਲੱਗਦਾ ਮੈਂ ਕੰਫਰਟੇਬਲ ਹਾਂ ਮੈਂ ਉੱਥੇ ਕੰਮ ਕਰਨੀ ਹੈ। ਮੈਂ ਹਰ ਜਗ੍ਹਾ ਤੇ ਹੁਣ ਕੰਮ ਨਹੀਂ ਕਰ ਸਕਦੀ। ਇਹ ਨਹੀਂ ਕਿ ਕੋਈ ਵੱਡੀ ਗੱਲ ਹੈ ਜਾਂ ਅੱਲਾ ਆਪਣੇ ਹਬੀਬ ਦੇ ਸਦਕੇ ਹਰ ਹਮੇਸ਼ਾ ਵੱਡੇ ਬੋਲ ਤੋਂ ਬਚਾਵੇ। ਹੁਣ ਉੱਥੇ ਕੰਮ ਕਰੀਦਾ ਜਿੱਥੇ ਆਪਣੇ ਆਪ ਨੂੰ ਮਜ਼ਾ ਆ ਰਿਹਾ ਹੋਵੇ, ਇੰਜੋਏ ਕਰ ਰਹੇ ਹੋਈਏ, ਜਿੱਥੇ ਇਹ ਪਤਾ ਲੱਗੇ ਕਿ ਜਿਹੜਾ ਕੰਮ ਕਰਾ ਰਿਹਾ ਉਹਨੂੰ ਸਾਡੀ ਜ਼ਰੂਰਤ ਹੈ, ਤੇ ਉੱਥੇ ਕੰਮ ਕਰਕੇ ਮੈਨੂੰ ਮਜ਼ਾ ਆਉਂਦਾ। ਔਰ ਉਹਨਾਂ ਨੇ ਸਾਨੂੰ ਫੀਲ ਕਰਾਇਆ ਕਿ ਉਹਨਾਂ ਨੂੰ ਸਾਡੇ ਨਾਲ ਪਿਆਰ ਹੈ, ਤੇ ਜਿੱਥੇ ਇੰਨਾ ਪਿਆਰ ਸੀ ਉੱਥੇ ਪੈਸੇ ਕੁਝ ਵੀ ਨਹੀਂ ਹੁੰਦੇ। ਤੇ ਲੇਕਿਨ ਉਹਨਾਂ ਨੇ ਪੈਸਿਆਂ ਦੇ ਹਵਾਲੇ ਨਾਲ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦਿੱਤੀ, ਤੋਹਫਿਆਂ ਦੇ ਹਵਾਲੇ ਨਾਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਦਿੱਤੀ। ਇੱਜ਼ਤ ਇੰਨੀ ਦਿੱਤੀ ਕਿ ਖੁਦਾ ਦੀ ਕਸਮ ਪਾਕਿਸਤਾਨ ਆ ਕਿ ਕਿੰਨੀ ਵਾਰੀ ਲੱਗਦਾ ਯਾਰ ਅਸੀਂ ਉਹੀ ਲੋਕ ਹੈਗੇ ਆ ਕਿ ਜਿਨ੍ਹਾਂ ਨੂੰ ਮਤਲਬ ਕਿ ਅਸੀਂ ਫਿਲਮ ਦੀ ਓਪਨਿੰਗ ਤੇ ਮੈਂ ਇਕੱਲੀ ਕੈਨੇਡਾ ਗਈ ਹਾਂ ਤੇ ਲੋਕਾਂ ਨੇ ਕੀ ਰਿਸਪੌਂਸ ਦਿੱਤਾ ਤੇ ਕੀ ਇੱਜ਼ਤ ਦਿੱਤੀ ਹੈ। ਚੱਲ ਮੇਰਾ ਪੁੱਤ 3 ਦੀ ਓਪਨਿੰਗ ਯਾਨੀ ਕਿ ਰੈੱਡ ਕਾਰਪੇਟ ਤੇ ਕੀ ਲੋਕਾਂ ਨੇ ਸਾਨੂੰ UK ਦੇ ਵਿੱਚ ਰਿਸਪੌਂਸ ਦਿੱਤਾ। ਇਸ ਕਦੀ ਫੀਲ ਹੁੰਦਾ, ਲੇਕਿਨ ਅਲਹਮਦੁਲਿਲਾ ਰੱਬਿਲ ਆਲਮੀਨ ਹਰ ਚੀਜ਼ ਦਾ ਮਜ਼ਾ ਲਵੋ, ਹਰ ਚੀਜ਼ ਤੇ ਸ਼ੁਕਰ ਅਦਾ ਕਰੋ। ਅੱਲਾ ਤੁਹਾਨੂੰ ਵਾਧੂ ਦਿੰਦਾ। ਮੇਰਾ ਮਾਲਿਕ ਕਹਿੰਦਾ ਤੂੰ ਸ਼ੁਕਰ ਕਰ ਮੈਂ ਤੈਨੂੰ ਹੋਰ ਦੇਣਾ, ਤੂੰ ਫੇਰ ਕਰ ਮੈਂ ਤੈਨੂੰ ਹੋਰ ਦੇਣਾ, ਫੇਰ ਸ਼ੁਕਰ ਕਰ ਮੈਂ ਹੋਰ ਦੇਣਾ। ਤਾਂ ਮੈਂ ਆਪਣੇ ਰੱਬ ਦਾ ਜਿੰਨਾ ਸ਼ੁਕਰ ਅਦਾ ਕਰਾਂ ਉਨਾ ਘੱਟ ਹੈ। ਅਗਰ ਅੱਜ ਇੰਡੀਆ ਪਾਕਿਸਤਾਨ ਦਾ ਬਾਰਡਰ ਓਪਨ ਹੋ ਜਾਏ ਤੇ ਤੁਸੀਂ ਕੀ ਸਮਝੋ ਆਰਟਿਸਟ ਨੂੰ ਫਾਇਦਾ ਹੋਏਗਾ? ਆਫ ਕੋਰਸ ਸਾਡੇ ਕੋਲ ਉਹ ਆਉਣਗੇ, ਉਹ ਐਡੇ ਪਿਆਰ, ਉਹ 5 ਪਟੀਏ ਫਨਕਾਰ ਨੇ, ਉਹ ਡਾਂਸਰ ਵੀ ਨੇ, ਉਹ ਸਿੰਗਰ ਵੀ ਨੇ, ਉਹ ਟ੍ਰੈਜਡੀ ਵੀ ਕਰ ਲੈਂਦੇ ਨੇ, ਉਹ ਕਾਮੇਡੀ ਵੀ ਕਰ ਲੈਂਦੇ ਨੇ, ਉਸ ਤੋਂ ਬਾਅਦ ਉਹ ਲਿਖ ਵੀ ਲੈਂਦੇ ਨੇ, ਡਾਇਰੈਕਸ਼ਨ ਵੀ ਕਰ ਲੈਂਦੇ ਨੇ। ਉਹ ਤੇ ਜਿਹਨੂੰ ਪਾਕਿਸਤਾਨ ਦੇ ਵਿੱਚ 5 ਪਟੀਆ ਫਨਕਾਰ ਕਿਹਾ ਜਾਂਦਾ ਹੈ, ਉਹ ਉੱਥੇ ਹਰ ਦੂਜਾ ਫਨਕਾਰ 5 ਪਟੀਆ ਜਿਹੜਾ ਪਰਫਾਰਮ ਹੀ ਐਸਾ ਕਰਦੇ ਨੇ ਕਿ ਸੁਬਹਾਨ ਅੱਲਾ, ਕਿ ਕਿਆ ਬਾਤ ਹੈ। ਉਹਨਾਂ ਦੇ ਆਉਣ ਦੇ ਨਾਲ ਸਾਨੂੰ ਬੜਾ ਫਰਕ ਪੈਗਾ ਸਾਡੇ ਜਾਣ ਨਾਲ, ਕਿਉਂਕਿ ਸਾਡੇ ਬਹੁਤ ਸਾਰਾ ਐਸਾ ਟੈਲੈਂਟ ਹੈ। ਸਾਡੇ ਬਹੁਤ ਐਸੀਆਂ ਫਨਕਾਰਾਂ ਨੇ ਜਿਹੜੀਆਂ ਬਹੁਤ ਟੈਲੈਂਟਿਡ ਨੇ, ਸਾਡੇ ਮੇਲ ਬਹੁਤ ਟੈਲੈਂਟਿਡ ਨੇ ਜਿਨ੍ਹਾਂ ਨੂੰ ਉੱਥੇ ਜਾਣਾ ਚਾਹੀਦਾ। ਇਹ ਮਿਲ ਜਾਣਗੇ ਤੇ ਐਂਡ ਹੋ ਜਾਏਗਾ, ਬਿਹਤਰੀਨ ਹੋ ਜਾਏਗਾ। ਬਿਲਕੁਲ ਠੀਕ। ਹੁਣ ਥੋੜੀ ਜ਼ਾਤੀ ਜ਼ਿੰਦਗੀ ਦੀ ਤਰਫ ਜਾਂਦੇ ਆ, ਤੁਹਾਡੀ ਇਜਾਜ਼ਤ ਦੇ ਨਾਲ। ਮੁਹੱਬਤ ਹੋਈ ਹੈ ਜ਼ਿੰਦਗੀ ਦੇ ਅੰਦਰ? ਆਫ ਕੋਰਸ ਮੁਹੱਬਤ ਤੇ ਇੱਕ ਖੂਬਸੂਰਤ ਅਮਲ ਹੈ, ਇਹ ਤੇ ਰੱਬ ਦੀ ਦੇਣ ਹੈ, ਇਹ ਤੇ ਹੁੰਦੀ ਹੈ। ਕਿੰਨੀ ਵਾਰੀ ਹੋਈ ਹੈ? ਮੁਹੱਬਤ ਤੇ ਮੁਹੱਬਤ ਹੈ, ਇਹਨੂੰ ਗਿਣਿਆ ਨਹੀਂ ਜਾ ਸਕਦਾ। ਅਸੀਂ ਆਪਣੇ ਵਾਲਿदैन ਨੂੰ ਮੁਹੱਬਤ ਕਰਨੇ, ਅਸੀਂ ਗਿਣ ਸਕਨੇ ਆ ਕਿ ਅਸੀਂ ਕਿੰਨੀ ਕਰਨੇ ਆ? ਨਹੀਂ, ਕਿਤਨੀ ਦਫਾ ਹੋਈ ਹੈ? ਮੁਹੱਬਤ ਤੇ ਮੁਹੱਬਤ ਹੈ, ਮੁਹੱਬਤ ਗਿਣੀ ਨਹੀਂ ਜਾ ਸਕਦੀ। ਮੈਂ ਇਹਦਾ ਪੁੱਛ ਰਿਹਾ ਕਿ ਬੰਦੇ ਨੂੰ 2 ਦਫਾ ਹੋ ਜਾਂਦੀ ਹੈ, 3 ਦਫਾ ਹੋ ਜਾਂਦੀ ਹੈ, 4 ਦਫਾ ਹੋ ਜਾਂਦੀ ਹੈ। ਤੁਹਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੀ ਤੁਸੀਂ 40-42 ਸਾਲ ਦੀ ਜ਼ਿੰਦਗੀ ਗੁਜ਼ਾਰ ਦਿੱਤੀ ਹੈ, ਓ ਮਾਈ ਗॉड ਮਾਸ਼ਾਅੱਲਾ ਅਲਹਮਦੁਲਿਲਾ ਰੱਬਿਲ ਆਲਮੀਨ, ਤੇ ਇਹਦੇ ਅੰਦਰ ਤੁਹਾਨੂੰ ਕਿੰਨੀ ਦਫਾ ਮੁਹੱਬਤ ਹੋਈ ਹੈ? ਮੁਹੱਬਤ ਹੈ ਅਲਹਮਦੁਲਿਲਾ ਰੱਬਿਲ ਆਲਮੀਨ। ਮੈਂ ਸਭ ਤੋਂ ਪਹਿਲਾਂ ਆਪਣੇ ਕੰਮ ਨਾਲ ਮੁਹੱਬਤ ਕੀਤੀ, ਆਪਣੇ ਵਾਲਿदैन ਨਾਲ। ਮੈਂ ਬੰਦੇ ਦੀ ਮੁਹੱਬਤ ਪੁੱਛਦਾ ਪਿਆ। ਬੰਦਾ ਜਿਹਦੇ ਨਾਲ ਮੈਂ ਮੁਹੱਬਤ ਕੀਤੀ, ਮੈਂ ਸ਼ਾਦੀ 18 ਸਾਲ ਹੋ ਗਏ ਮੇਰੇ ਵਿਆਹ ਨੂੰ ਮਾਸ਼ਾਅੱਲਾ ਅਲਹਮਦੁਲਿਲਾ ਰੱਬਿਲ ਆਲਮੀਨ। ਮੈਂ ਬਹੁਤ ਖੁਸ਼ ਹਾਂ ਆਪਣੀ ਫੈਮਿਲੀ 'ਚ, ਆਪਣੇ ਆਪ ਇੱਕ ਖੂਬਸੂਰਤ ਔਰ ਮੁਕੰਮਲ ਲਾਈਫ ਗੁਜ਼ਾਰੀ ਹੈ, ਜਿਹਦਾ ਲੋਕ ਤਸੱਵੁਰ ਕਰਦੇ ਨੇ, ਜਿਹਦਾ ਲੋਕ ਖਾਬ ਵੇਖਦੇ ਨੇ, ਜਿਹਦਾ ਲੋਕ ਸਿਰਫ ਸੋਚਦੇ ਨੇ ਕਿ ਫਿਲਮੀ ਲਾਈਫ ਹੈ। ਮੈਂ ਇੱਕ ਇਸ ਤਰ੍ਹਾਂ ਦੀ ਅਲਹਮਦੁਲਿਲਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ, ਸਰਕਾਰੇ ਮਦੀਨਾ ਦੀ ਰਹਿਮਤ ਦੇ ਨਾਲ ਮੈਂ ਬਹੁਤ ਖੂਬਸੂਰਤ ਜ਼ਿੰਦਗੀ ਗੁਜ਼ਾਰੀ। ਕਿਤਨੇ ਬੱਚੇ ਨੇ? ਮਾਸ਼ਾਅੱਲਾ ਇੱਕ ਬੇਟਾ ਮੇਰਾ। ਇੱਕ ਬੇਟਾ ਹੈ ਤੁਹਾਡਾ? ਹਾਂਜੀ। ਉਹ ਸਪੋਰਟਿਵ ਹੈ ਤੁਹਾਡੇ ਕੰਮ ਨੂੰ ਲੈ ਕੇ? ਨਹੀਂ, ਹਲੇ ਤੇ ਉਹ ਇੰਨਾ ਮੈਚੋਰ ਨਹੀਂ ਹੈ, ਤੇ ਨਾ ਹੀ ਮੈਂ ਮੇਰੇ ਖਿਆਲ 'ਚ ਇਹੋ ਜਿਹੇ ਕੰਮਾਂ ਦੇ ਵਿੱਚ ਆਪਣੀ ਫੈਮਿਲੀ ਨੂੰ ਇਨਵੋਲਵ ਕਰਨੀ ਕਿ ਮੈਨੂੰ ਸਪੋਰਟ ਕਰਨ ਜਾਂ ਨਾ ਕਰਨ। ਮੇਰੇ ਹਸਬੈਂਡ ਜਿਹੜੇ ਨੇ ਉਹ ਮੇਰੇ ਮਿਜ਼ਾਜ ਨੂੰ ਸਮਝਦੇ ਨੇ, ਉਹਨਾਂ ਨੂੰ ਪਤਾ ਕਿ ਮੈਂ ਜਮਾਂਦਰੂ ਫਨਕਾਰ ਹਾਂ, ਤੇ ਉਹ ਫਿਰ ਇਸ ਵਜ੍ਹਾ ਤੋਂ ਮੈਨੂੰ ਕਦੀ ਕਹਿੰਦੇ ਨੇ ਕਰ ਲੈ ਕੰਮ, ਕੋਈ ਮਸਲਾ ਨਹੀਂ ਹੈਗਾ। ਲੇਕਿਨ ਮੇਰੇ ਹਸਬੈਂਡ ਜਿਹੜੇ ਨੇ ਕੰਮ ਦੇ ਖਿਲਾਫ ਨਹੀਂ ਹੈ ਨੇ, ਲੇਕਿਨ ਕਦੀ ਹੁੰਦਾ ਹੈ ਕਿ ਫਲਾਨੀ ਜਗ੍ਹਾ पे मत करो या ये काम मत करो, ये प्रोजेक्ट मत करो।
ਤੇ ਮੈਂ ਫਿਰ ਉਹਦੀ ਮੰਨਨੀ ਅਲਹਮਦੁਲਿਲਾ, ਕਿਉਂਕਿ ਘਰ ਤੁਹਾਡਾ ਤਦ ਹੀ ਚੱਲਦਾ ਹੈ ਜੇ ਤੁਸੀਂ ਇੱਕ ਦੂਜੇ ਦੀ ਮੰਨੋਗੇ ਤੇ। ਸੁਭਾਅ ਤੁਹਾਡਾ ਕੋੜਾ ਕੋੜਾ ਦਿਸਦਾ ਹੈ, ਹਾਂ ਠੀਕ ਹੈ, ਤੇ ਭਾਈ ਨਹੀਂ ਵੀ ਡਰਦੇ ਨੇ? ਨਹੀਂ, ਮੈਂ ਪਾਕਿਸਤਾਨ ਦੇ ਵਿੱਚ, ਮੈਂ ਤੁਹਾਨੂੰ ਅੱਜ ਹੀ ਗੱਲ ਦੱਸਿਆ, ਪੂਰੀ ਦੁਨੀਆ ਦੇ ਵਿੱਚ ਕਦੀ ਵੀ ਮੈਂ ਨਹੀਂ ਮੰਨ ਸਕਦੀ, ਸਿਵਾਏ ਜਿੱਥੇ ਵੀ ਉਰਦੂ ਪੰਜਾਬੀ, ਅਸੀਂ ਉਹ ਖਵਾਤੀਨ, ਹਿੰਦੁਸਤਾਨ ਪਾਕਿਸਤਾਨ ਦੀ ਮੈਂ ਗੱਲ ਕਰ ਰਹੀ ਹਾਂ, ਅਸੀਂ ਖਵਾਤੀਨ ਕਿੰਨੀਆਂ ਵੀ ਦਲੇਰ ਹੋ ਜਾਈਏ, ਕਿੰਨੀਆਂ ਵੀ ਬਹਾਦਰ ਹੋ ਜਾਈਏ, ਕਿੰਨੀਆਂ ਵੱਡੀ ਪੋਸਟ ਤੇ ਵੀ ਚਲੇ ਜਾਈਏ, ਲੇਕਿਨ ਅਸੀਂ ਆਪਣੇ ਖਾਮਦ ਦੀ ਹਮੇਸ਼ਾ ਇੱਜ਼ਤ ਕਰਾਂਗੇ ਔਰ ਹਮੇਸ਼ਾ ਫੀਲ ਉਹਨੂੰ ਇਹੀ ਕਰਾਵਾਂਗੇ ਕਿ ਅਸੀਂ ਤੇਰੇ ਕੋਲ ਡਰਨੇ ਫੀਲ ਕਰਾਂਗੇ, ਡਰਦੇ ਆ ਨਹੀਂ। ਆਫ ਕੋਰਸ ਤੁਹਾਨੂੰ ਆਪਣੇ ਜਿਹਨੂੰ ਤੇ ਆਪਣੇ ਘਰ ਦੇ ਨਾਲ ਪਿਆਰ ਏ, ਘਰ ਕੋਈ ਵੀ ਨਹੀਂ ਔਰਤ ਚਾਹੁੰਦੀ ਕਿ ਉਹਦਾ ਘਰ ਟੁੱਟੇ। ਪਤਾ ਨਹੀਂ ਕੌਣ ਖਵਾਤੀਨ ਨੇ, ਮੈਂ ਤੇ ਹਰ ਉਸ ਔਰਤ ਦੇ ਖਿਲਾਫ ਆ ਜਿਹੜੀ ਤਲਾਕ ਨੂੰ ਪ੍ਰਮੋਟ ਕਰਦੀ ਏ, ਮੈਂ ਹਰ ਉਸ ਔਰਤ ਦੇ ਖਿਲਾਫ ਆ ਜਿਹੜੀ ਕਹਿੰਦੀ ਕਿ ਮੇਰੀ ਉਸਕੇ ਸਾਥ ਨਹੀਂ ਬਣੀ। ਨਾ 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 ਨਾ, ਹਮੇਸ਼ਾ ਘਰ ਭਾਵੇਂ ਕਿਸੇ ਦਾ ਵੀ ਏ, ਘਰ ਬਣਾਉਣ ਵਾਸਤੇ ਔਰਤ ਨੂੰ ਹੀ ਕੁਰਬਾਨੀ ਦੇਣੀ ਪੈਂਦੀ ਹੈ, ਔਰਤ ਨੂੰ ਹੀ ਕੰਪਰੋਮਾਈਜ਼ ਕਰਨਾ ਪੈਂਦਾ ਹੈ, ਔਰ ਇਹ ਇੱਜ਼ਤ ਉਹਨੂੰ ਮਿਲਦੀ ਹੈ ਕਮ ਸੇ ਕਮ ਜਦੋਂ ਉਹਦੇ ਬੱਚੇ ਦਾ ਵਿਆਹ ਹੁੰਦਾ ਤੇ ਉਹਨੂੰ ਪਤਾ, ਲੋਕ ਕਹਿੰਦੇ ਨੇ ਕਿ ਚੰਗੀ ਮਾਂ ਦਾ ਪੁੱਤਰ ਹੈ ਜਾਂ ਚੰਗੀ ਮਾਂ ਦੀ ਧੀ ਹੈ ਜਾਂ ਮਾਂ ਨੇ ਪਰਵਰਿਸ਼ ਬਹੁਤ ਅੱਛੀ ਕੀਤੀ ਹੈ। ਔਰਤ ਇੱਕ ਕੁਰਬਾਨੀ ਦਾ ਦੂਸਰਾ ਨਾਂ ਹੈ। ਭਾਵੇਂ ਕੋਈ ਵੀ ਵਰਕਿੰਗ ਵੂਮੈਨ ਨੇ, ਉਹ ਸੋਸ਼ਲ ਮੀਡੀਆ ਦੇ ਵਿੱਚ ਕੋਈ ਵੀ ਕੰਮ ਕਰ ਰਹੀ ਹੈ, ਜਾਂ ਕੋਈ ਸਿਆਸਤਦਾਨ ਹੈ, ਜਾਂ ਪੁਲਿਸ ਵਿੱਚ ਡਾਕਟਰ ਹੈ, ਔਰਤ ਨੂੰ ਕੁਰਬਾਨੀ ਹੀ ਦੇਣੀ ਪੈਣੀ ਹੈ। ਇਹ ਵੇਖ ਲੈਣਾ, ਤੁਹਾਨੂੰ ਪਤਾ ਲੱਗ ਜਾਏਗਾ। ਅਸੀਂ ਉਹਨਾਂ ਖਵਾਤੀਨ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਘਰਾਂ ਨਾਲ ਪਿਆਰ ਹੈ। ਮਰਦ ਹਮੇਸ਼ਾ ਆਪਣੀ ਬੀਵੀ ਦੇ ਇੱਕ ਕਦਮ ਅੱਗੇ ਚੰਗਾ ਲੱਗਦਾ। ਮੈਨੂੰ ਇਹ ਦੱਸੋ ਵੀ ਜਿਹੜੀਆਂ ਘਰੇਲੂ ਔਰਤਾਂ ਹੁੰਦੀਆਂ ਹਨ, ਠੀਕ ਹੈ, ਜਿਨ੍ਹਾਂ ਦੀ ਸ਼ਾਦੀ ਹੁੰਦੀ ਹੈ, ਫਿਰ ਉਹ ਕਾਰ ਦੇ ਕੰਮ ਸ਼ਮ ਕਾਰ ਗ੍ਰਸਤੀ ਜਿਹੜੀਆਂ ਸੰਭਾਲਦੀਆਂ ਹਨ, ਤੁਸੀਂ ਇੱਕ ਵਰਕਿੰਗ ਵੂਮੈਨ ਹੋ, ਬਾਹਰ ਆਉਂਦੇ ਹੋ, ਕੀ ਡਿਫਰੈਂਸ ਆਪਣੇ ਤੋਂ ਦੇ ਅੰਦਰ ਤੁਸੀਂ ਸਮਝਦੇ ਹੋ? ਕਿਹੜੀ ਲਾਈਫ ਬਿਹਤਰ ਹੈ? ਮੇਰੇ ਖਿਆਲ ਦੇ ਵਿੱਚ ਅਸੀਂ ਉਹਨਾਂ ਨਾਲੋਂ ਜ਼ਿਆਦਾ ਮਿਹਨਤੀ ਹੈਗੇ ਹਾਂ। ਉਹ ਇਸ ਵਜ੍ਹਾ ਤੋਂ ਕਿ ਸਾਨੂੰ ਘਰ ਦੀ ਜ਼ਿੰਮੇਵਾਰੀ, ਸਾਨੂੰ ਆਪਣੇ ਹਰ ਪੇਪਰ ਵਰਕ ਵੀ ਆਪੀ, ਔਰ ਉਸ ਤੋਂ ਬਾਅਦ ਸਾਨੂੰ ਖਾਣਾ ਵੀ, ਕਿਉਂਕਿ ਮੇਰੇ ਹਸਬੈਂਡ ਜਿਹੜੇ ਨੇ ਕਸ਼ਮੀਰੀ ਨੇ। ਮੇਰੀ ਮੋਸਟਲੀ ਤੁਸੀਂ ਵੀਡੀਓਜ਼ ਅਗਰ ਵੇਖੀਆਂ ਹੋਣ ਤਾਂ ਮੈਂ ਤੇ ਰਾਤ ਨੂੰ 3 ਵਜੇ 4 ਵਜੇ ਵੀ ਖਾਣਾ ਬਣਾ ਲੈਂਦੀ ਹਾਂ। ਮੇਰੇ ਹਸਬੈਂਡ ਨੂੰ ਦਿਲ ਕਰੇ ਕਿ ਇਹਦਾ ਨਾ ਕੀ ਹੈ ਕਿ ਉਹਨਾਂ ਨੇ ਰਾਤ ਨੂੰ 2 ਵਜੇ ਪਰਾਠਾ ਖਾਣਾ, ਮੈਂ ਉੱਠ ਕੇ ਅਲਹਮਦੁਲਿਲਾ ਬਣਾ ਦਿੰਦੀ ਹਾਂ। ਮੈਨੂੰ ਕੋਈ ਬੁਰਾ ਨਹੀਂ ਲੱਗਦਾ, ਕਿਉਂਕਿ ਮੇਰੀ ਜ਼ਿੰਮੇਵਾਰੀ ਹੈ। ਜਦੋਂ ਉਹਦੇ ਮੂੰਹ ਤੇ ਹਾਸਾ ਆਉਂਦਾ ਹੈ ਜਾਂ ਉਹਦੇ ਮੂੰਹ ਤੇ ਖੁਸ਼ੀ ਆਉਂਦੀ ਹੈ ਜਾਂ ਲੋਕ ਥੱਲੇ ਕਮੈਂਟਸ ਕਰਦੇ ਨੇ, ਮੈਨੂੰ ਅੱਛਾ ਲੱਗਦਾ। ਮੈਂ ਪੂਰੇ ਰਮਜ਼ਾਨ, ਮੇਰੇ ਹਸਬੈਂਡ ਬਾਹਰ ਦੀ ਕੋਈ ਚੀਜ਼ ਨਹੀਂ ਖਾਂਦੇ, ਮੈਂ ਪੂਰੇ ਰਮਜ਼ਾਨ ਕੋਈ ਕੰਮ ਨਹੀਂ ਕਰਦੀ। ਪੂਰੇ ਰਮਜ਼ਾਨ ਦੇ ਵਿੱਚ ਜੇ ਮੈਂ ਕੋਈ ਕੰਮ ਰੱਖਾਂ ਤੇ ਮੈਂ ਰਾਤੀ 9 ਵਜੇ ਤੋਂ ਬਾਅਦ ਦਾ ਰੱਖਣੀ ਆ। ਤੇ ਅਲਹਮਦੁਲਿਲਾ ਰੱਬਿਲ ਆਲਮੀਨ, ਮੈਂ ਆਪਣੇ ਹਸਬੈਂਡ ਦੇ ਨਾਲ ਰੋਜ਼ਾ ਖੋਲਨੀ ਆ, ਰੋਜ਼ਾ ਰਖਵਾਨੀ ਆ, ਅਲਹਮਦੁਲਿਲਾ। ਵਧੀਆ ਕਿਹੜੀ ਲਾਈਫ ਹੈ, ਇਹ ਕੰਮ ਵਾਲੀ ਜਾਂ ਘਰ ਗ੍ਰਸਤੀ ਵਾਲੀ? ਖੁਆਬ ਹੁੰਦਾ ਨਾ ਇੱਕ ਔਰਤ ਦਾ, ਅੱਛਾ, ਉਹ ਤੁਸੀਂ ਆਪਣੇ ਅਕਾਰਡਿੰਗ ਕੀ ਦੇਖਦੇ ਹੋ? ਮੇਰੇ ਖਿਆਲ ਦੇ ਵਿੱਚ ਮੈਂ ਤੇ ਇਹੋ ਕਹਾਂਗੀ ਕਿ ਤੁਸੀਂ ਆਪਣੀ ਜ਼ਿੰਦਗੀ ਆਪ ਬਣਾਣੀ ਹੈ। ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਨਾ। ਮੈਨੂੰ ਅੱਛਾ ਲੱਗਦਾ ਕੰਮ ਕਰਨਾ, ਮੈਂ ਅਲਹਮਦੁਲਿਲਾ ਇੱਜ਼ਤ ਦੇ ਨਾਲ ਪੈਸੇ ਕਮਾਨੀ ਆ, ਮੈਨੂੰ ਆਪਣੀ ਇਹ ਲਾਈਫ ਬਹੁਤ ਪਸੰਦ ਹੈ। ਪਰਵਰਦੀਗਾਰ ਦੀ ਰਹਿਮਤ ਹੈ, ਮੇਰੇ ਹਸਬੈਂਡ ਨੂੰ ਮੇਰਾ ਕੰਮ ਕਰਨਾ ਬੁਰਾ ਨਹੀਂ ਲੱਗਦਾ। ਉਹ ਇਸ ਵਜ੍ਹਾ ਤੋਂ ਬੁਰਾ ਨਹੀਂ ਲੱਗਦਾ ਕਿਉਂਕਿ ਮੈਨੂੰ अच्छा लगता है। लेकिन मैं जो कहता है सडन कि नहीं यार ये तुमने नहीं ये काम करना, इस दफ़ा हम कहीं बाहर जा रहे हैं या कोई और काम है या बच्चे के साथ हमने जाना है, तो मैं नहीं करती काम। ਬਿਲਕੁਲ ਠੀਕ। ਤੁਸੀਂ ਸਟੇਜ ਤੇ ਆਏ ਕਿਉਂ ਸੀ? मैं स्टेज ਤੇ ਮੈਨੂੰ ਪਸੰਦ ਸੀ, ਸਟੇਜ ਬਹੁਤ। ਸਟੇਜ ਟੈਲੀਵਿਜ਼ਨ ਮੈਂ ਇੱਕੋ ਹੀ ਹਫਤੇ 'ਚ ਕੀਤਾ, ਦੋਵੇਂ PTV ਤੇ ਥੀਏਟਰ, ਓਪਨ ਏਅਰ ਥੀਏਟਰ। ਮੇਰੇ ਪਹਿਲੇ ਡਰਾਮੇ ਦਾ ਨਾਂ ਸੀ 50-50, ਤਾਰਿਕ ਜਵੇਦ ਸਾਹਿਬ ਉਹਦੇ ਰਾਈਟਰ ਔਰ ਡਾਇਰੈਕਟਰ ਸਨ। ਔਰ ਉਸ ਤੋਂ ਬਾਅਦ ਮੈਂ ਸੈਕੰਡ ਪਲੇ ਇੱਥੇ ਗੁਜਰਾਂਵਾਲਾ ਕੀਤਾ, ਅਸੀਂ ਸਭ ਤੋਂ ਸੋਹਣੇ ਔਰ ਡਰਾਮੇ ਦਾ ਨਾਂ ਸੀ। ਔਰ ਥਰਡ ਪਲੇ ਮੈਂ ਅਲਹਮਰਾ ਕੀਤਾ, ਇੱਕ ਔਰ ਤਲਾਸ਼। ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਸਾਰੇ ਡਰਾਮਿਆਂ ਦੇ ਨਾਂ ਦੱਸਾਂਗੀ ਤੇ ਤੁਹਾਡਾ ਵੀਡੀਓ ਬਹੁਤ ਲੰਮਾ ਹੋ ਜਾਏਗਾ। ਨਹੀਂ, ਆਪਣੀ ਮਜਬੂਰੀ ਨੂੰ ਆਏ ਸੀ? ਨਹੀਂ, ਅੱਲਾ ਨਾ ਕਰੇ, ਕਿਉਂ ਮਜਬੂਰੀ, ਮੇਰੀ ਲੱਤ ਨਹੀਂ ਸੀ ਹੈ। ਨਹੀਂ, ਇੱਥੇ ਮੈਂ ਅਕਸਰ ਖਵਾਤੀਨ ਦੇ ਜਦੋਂ ਇੰਟਰਵਿਊ ਕੀਤਾ ਉਹਨਾਂ ਕਿਸੇ ਨੇ ਦੱਸਿਆ ਕਾਰ ਦੇ ਹਾਲਾਤ ਦੀ ਵਜ੍ਹਾ ਤੋਂ ਆ ਗਏ ਜੀ। ਨਹੀਂ ਵਲਦੈਨ ਦੀਆਂ ਮਜਬੂਰੀਆਂ ਸਨ। ਨਹੀਂ, ਇਦਾਂ ਪੁੱਛ ਰਿਹਾ, ਕੋਈ ਕੁੜੀ ਨੇ ਇਹ ਨਹੀਂ ਦੱਸਿਆ ਕਿ ਆਪਣੇ ਸ਼ੌਕ ਨਾਲ ਖੁਸ਼ੀ ਨਾਲ ਆਈਏ। ਗਜ਼ਰ ਰਾਜਾ ਦੱਸਿਆ ਖਾਲੀ। हाँ, ये शौक है। अल्हम्दुलिल्लाह, अल्हम्दुलिल्लाह रब्बिल आलमीन। सरकार मदीना की बहुत रहमत है। हम सब गज़ल भी और मैं भी, हम अपनी गाड़ी पे आए हैं, चाहे छोटी गाड़ी थी चाहे FX थी मेरे पास, लेकिन मैं अपनी गाड़ी पे आई। मैं अल्हम्दुलिल्लाह रब्बिल आलमीन, मैंने मेहनत से अपनी ज़िंदगी बनाई है और स्ट्रगल की है मैंने सारी ज़िंदगी। किसी के वो क्या कहते हैं ना, किसी दी मैं मदाह सराही तारीफां कर करके मैं अगे आई हाँ। मैं अपनी मेहनत दे नाल, अपनी जुबान दे नाल, ਆਪਣੇ ਕੰਮ ਦੇ ਨਾਲ ਲੱਗੇ ਆਈਆਂ। ਬਿਲਕੁਲ ਠੀਕ। ਜਿਸ ਵਕਤ ਤੁਸੀਂ ਆਏ ਹੋ ਇਸ ਫੀਲਡ ਦੇ ਅੰਦਰ, ਹੁਣ ਤੇ ਫਿਰ ਥੋੜੀ ਬੋਲਡ ਹੋ ਗਈ ਹੈ, ਔਰਤਾਂ ਦੀ ਇੰਟਰਵਿਊ ਹੋ ਜਾਂਦੀਆਂ। ਉਸ ਵਕਤ ਤਾਂ ਬਹੁਤ ਸਟੈਟਿਕ ਲੋਕ ਹੁੰਦੇ ਸਨ, ਤੰਗ ਨਜ਼ਰ ਹੁੰਦੇ ਸਨ, ਇਸ ਕੰਮ ਨੂੰ ਜ਼ਿਆਦਾ ਅੱਛਾ ਨਹੀਂ ਸੀ ਸਮਝਿਆ ਜਾਂਦਾ। ਨਹੀਂ, ਮੈਂ ਜਿਸ ਦੌਰ 'ਚ ਆਈ ਹਾਂ ਉਸ ਦੌਰ 'ਚ ਅਲਹਮਦੁਲਿਲਾ ਥੀਏਟਰ ਅਲਹਮਰਾ ਚੱਲ ਰਿਹਾ ਸੀ, ਅਲਹਮਰਾ ਹਾਲ ਨੰਬਰ 2 ਸੀ, ਕਜ਼ਾਫੀ ਸ਼ੁਰੂ ਹੋ ਗਿਆ ਸੀ, ਤਮਾਸੀਲ ਵੀ ਓਪਨ ਹੋ ਗਿਆ ਸੀ।
ਮੈਂ ਜਦੋਂ ਆਈ ਆ ਉਦੋਂ ਤੇ ਥੀਏਟਰ ਮਾਸ਼ਾਅੱਲਾ ਨਹੀਂ ਫੈਮਲੀਆਂ ਸਪੋਰਟਿਵ ਨਹੀਂ ਸੁਣਾਉਂਦੀਆਂ ਫੈਮਿਲੀ ਤੇ ਹੁਣ ਵੀ ਤਾਂ ਜੇ ਰੀਅਲ ਫੈਮਿਲੀਜ਼ ਨੇ ਤੇ ਉਹ ਤਾਂ ਹਲੇ ਵੀ ਨਹੀਂ ਪਸੰਦ ਕਰਦੀਆਂ ਜਿਹੜੀਆਂ ਘਰੇਲੂ ਫੈਮਲੀਆਂ ਨੇ। ਆਪ ਉਹ ਆਪਣੀ ਬੱਚਿਆਂ ਨੂੰ ਕੰਮ ਮੈਂ ਖੁਦ ਵੀ ਨਹੀਂ ਚਾਹੁੰਦੀ ਕਿ ਮਤਲਬ ਇਹ ਕੰਮ ਜਿਹੜਾ ਹੈ ਵੇ ਮਤਲਬ ਥੀਏਟਰ ਹੈ ਜਾਂ ਫਿਲਮ ਹੈ ਜਾਂ ਟੈਲੀਵਿਜ਼ਨ ਹੈ, ਇਹ ਜਿਹੜੇ ਲੋਕ ਬਰਦਾਸ਼ਤ ਕਰ ਸਕਦੇ ਨੇ ਉਹੀ ਕਰ ਸਕਦੇ ਨੇ। ਅਸੀਂ ਤੇ ਆਪਣੇ ਸ਼ੌਕ ਨਾਲ ਲਾਏ ਆ ਔਰ ਅਸੀਂ ਭੁਗਤ ਵੀ ਰਹੇ ਹਾਂ ਅਲਹਮਦੁਲਿਲਾ। ਗਲਤੀ ਹੈ ਜਾਂ ਅੱਛਾ ਫੈਸਲਾ ਸੀ? ਨਹੀਂ, ਮੇਰੇ ਖਿਆਲ ਦੇ ਵਿੱਚ ਰੱਬ ਜੋ ਫੈਸਲਾ ਕਰਦਾ ਬਿਹਤਰ ਹੈ। ਅਸੀਂ ਅੱਲਾ ਦੇ ਕੰਮਾਂ 'ਚ ਨਹੀਂ ਬੋਲ ਸਕਦੇ, ਅਸੀਂ ਖੁਦਾ ਦੇ ਕੰਮਾਂ 'ਚ ਨਹੀਂ ਬੋਲਣਾ ਚਾਹੀਦਾ। ਪਤਾ ਨਹੀਂ ਸਾਡਾ ਕੰਮ ਚੰਗਾ ਸੀ ਜਾਂ ਭੈੜਾ ਸੀ, ਅੱਲਾ ਹੋ ਸਕਦਾ ਹੈ ਕਿੰਨੇ ਲੋਕਾਂ ਦੀ ਲਾਈਫ ਇਹਦੇ ਨਾਲ ਅੱਛੀ ਹੋ ਗਈ ਹੋਵੇ ਮੇਰੇ ਇਸ ਕੰਮ ਦੇ ਨਾਲ। ਹੋਰ ਜਿਹੜੀਆਂ ਬੱਚੀਆਂ ਅੱਜ ਥੀਏਟਰ ਜੁਆਇਨ ਕਰਨਾ ਚਾਹੁੰਦੀਆਂ, ਡਾਂਸ ਦੇ ਲਈ ਆਉਣਾ ਚਾਹੁੰਦੀਆਂ, ਕੀ ਮਸ਼ਵਰਾ ਦਿੰਦੇ ਹੋ ਉਹਨਾਂ ਨੂੰ? ਮੈਂ ਉਹਨਾਂ ਦੀ ਅੰਮੀ ਲੱਗਣੀ, ਉਹਨਾਂ ਨੂੰ ਮਸ਼ਵਰਾ ਦਿਆਂ। ਤੁਸੀਂ ਇਸ ਦੇ ਗੁੱਝੇ ਹੋਏ ਹੋ? ਨਾ, ਮੈਂ ਕਿਸੇ ਕੁੜੀ ਨੂੰ ਕੋਈ ਮਸ਼ਵਰਾ, ਹੁਣ ਸਾਰੀਆਂ ਸਿੱਖੀਆਂ ਸਿਖਾਈਆਂ ਨੇ ਭਾਈ। ਅੱਛਾ, ਹੁਣ ਅਸੀਂ ਕਿਉਂ ਮਸ਼ਵਰੇ ਦਈਏ? ਤੁਹਾਡੇ ਨਜ਼ਦੀਕ ਆਉਣਾ ਚਾਹੀਦਾ ਹੈ। ਉਹ ਉਹਨਾਂ ਦੀ ਆਪਣੀ ਮਰਜ਼ੀ, ਉਹਨਾਂ ਦੀ ਫੈਮਿਲੀ ਅਗਰ ਇਜਾਜ਼ਤ ਦੇ ਰਹੀ ਹੈ, ਉਹਨਾਂ ਨੂੰ ਦਿਲ ਕਰ ਰਿਹਾ ਹਾਂ ਤੇ ਅਸੀਂ ਕਿਸੇ ਨੂੰ ਕਿਉਂ ਰੋਕੀਏ? ਅਸੀਂ ਆਪ ਕੰਮ ਕੀਤਾ ਹੈ, ਅਸੀਂ ਐਡੀ ਘਰੋਂ ਮੁਸ਼ਕਲਾਂ ਇਜਾਜ਼ਤਾਂ ਲੈ ਕੇ ਇੱਥੋਂ ਤੱਕ ਪਹੁੰਚੇ ਆ ਇੰਨੇ ਸਟਰਗਲ ਦੇ ਨਾਲ, ਤੇ ਅਸੀਂ ਕਿਸੇ ਨੂੰ ਕਿਵੇਂ ਰੋਕ ਫਿਊਚਰ ਸਕਦੇ? ਹੈ ਇੱਥੇ। ਇਹ ਤੇ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ, ਇਹ ਤੇ ਤੁਹਾਡੀ ਲੱਕ ਤੇ ਵੀ ਔਰ ਮਿਹਨਤ ਤੇ ਵੀ। ਬਿਲਕੁਲ ਠੀਕ। ਅੱਜ ਕੱਲ ਜਿਹੜਾ ਸਟੇਜ ਹੋ ਰਿਹਾ ਇਹਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਾਡੀਆਂ ਟਰਾਂਸਜੈਂਡਰ ਨੇ, ਜਿਹਦੇ ਵੱਡੇ ਵੱਡੇ ਨਾਂ ਮਹਿਕ ਮਲਿਕ ਜੀ, ਰਿਮਲ ਅਲੀ ਸ਼ਾਹ ਜੀ, ਇਹ ਇਹਨਾਂ ਨੇ ਖਵਾਤੀਨ ਨੂੰ ਬੀਟ ਕਰ ਦਿੱਤਾ ਵਾ। ਇਹਨਾਂ ਦੀਆਂ ਪੇਮੈਂਟਾਂ ਜਿਹੜੀਆਂ ਨੇ ਉਹ ਜਿਹੜੀ ਖਵਾਤੀਨ ਲੈ ਰਹੀ ਉਹਨਾਂ ਤੋਂ ਡਬਲ ਟ੍ਰਿਪਲ ਬਲਕਿ 4 ਗੁਣਾ ਜਿਹੜਾ ਹੈ ਜ਼ਿਆਦਾ ਪੈਸੇ ਚਾਰਜ ਕਰ ਰਹੇ ਨੇ। ਤੁਸੀਂ ਕੀ ਸਮਝਦੇ ਹੋ ਇਸ ਬਾਰੇ 'ਚ? ਦੇਖੇ ਜੀ, ਨਰगिस ਸਾਹਿਬਾ ਨੇ ਆਪਣੇ ਦੌਰ 'ਚ नरगिस ने करोड़ रुपया भी लिता है नरगिस साहिबा ने, और नरगिस को बीट करना तो भी बहुत मुश्किल है। नरगिस नहीं बीट कर सकते क्योंकि वो एक टैलेंटेड सी, वो अपने काम नाल प्यार करने वाली सी। और जहाँ तक महक मलिक साहिबा की बात है तो महक मलिक पे अल्लाह की रहमत है, वो एक इंतहाई खूबसूरत फनकारा है, इंतहाई टैलेंटेड फनकारा है, इंसान उसके अंदर बहुत प्यारा है। अल्लाह उसको कामयाब करे, मेरी उसके लिए बहुत सी दुआएं हैं। वो बहुत ही टैलेंटेड है, वो अपने काम के साथ, मैंने नरगिस के बाद अगर किसी को अपने काम के साथ इतना इश्क करते हुए देखा, इतना मेहनत करते हुए देखा, तो या मैंने देखा है कि ये बहुत मेहनत करती है। हाँ, दीदार मुल्तानी भी बहुत मेहनत करती है, वो भी अपने रोल के लिए बहुत स्ट्रगल करती है। मैंने देखा महक मलिक बहुत मेहनत करती है, नरगिस की तरह मेहनत करती है। ਨਈਆਂ ਜਿਹੜੀਆਂ ਫਨਕਾਰਾਂ ਨੇ ਉਹਨਾਂ ਚੋਂ ਤੁਹਾਡੀ ਪਸੰਦੀਦਾ ਫਨਕਾਰ ਮੈਨੂੰ ਤਾਂ ਸਭ ਪਸੰਦ ਹੈ, ਮੈਨੂੰ ਤਾਂ ਸਿਲਕ ਇੰਨਾ ਪਿਆਰ ਕਰਦੀ ਹੈ, ਮੈਨੂੰ ਇੰਨਾ ਮੁਹੱਬਤ ਕਰਦੀ ਹੈ, ਮੈਨੂੰ ਫਿਰੋਜ਼ਾ ਇੰਨਾ ਪਿਆਰ ਕਰਦੀ ਹੈ। ਅਦਾਕਾਰ ਕਿਹਦੇ ਅੰਦਰ ਵੱਡਾ ਹੈ? ਅਦਾਕਾਰ ਦੇਖੋ, ਡਾਇਰੈਕਟਰ ਅੱਛਾ ਹੈ ਤੇ ਤੁਹਾਡੇ ਕੋਲ ਬਿਹਤਰੀਨ ਕੰਮ ਲੈ ਸਕਦਾ। ਡਾਇਰੈਕਟਰ ਅੱਛਾ ਹੋਣਾ ਚਾਹੀਦਾ ਹੈ। ਡਾਇਰੈਕਟਰ ਅੱਛਾ ਹੈ, ਰਾਈਟਰ, ਤੁਹਾਡੇ ਕੋਲ ਸਕ੍ਰਿਪਟ ਅੱਛਾ ਹੈ, ਤੁਸੀਂ ਮਿਹਨਤ ਕਰਦੇ, ਤੁਹਾਨੂੰ ਮੇਰਾ ਖਿਆਲ ਹੈ ਕਿ ਡਰਾਮਾ ਬਹੁਤ ਅੱਛਾ ਆਏਗਾ। ਫਿਲਬਦੀ ਡਰਾਮੇ ਜਿਹੜੇ ਹੁੰਦੇ ਸਨ ਉਹ ਬਿਹਤਰ ਨਹੀਂ ਜਾਂ ਸਕ੍ਰਿਪਟ ਵਾਲੇ ਬਿਹਤਰ ਨੇ? ਸਕ੍ਰਿਪਟਡ ਫਿਲਬਦੀ ਤੇ ਸਕ੍ਰਿਪਟ ਦੇ ਵਿੱਚ ਕਿਤੇ ਕਿਤੇ ਕੋਈ ਲਾਈਨ ਆਵੇ ਤੇ ਅੱਲਾ ਮੀਆਂ ਰਹਿਮਤ ਕਰ ਦਿੰਦਾ, ਬਸ ਅੱਲਾ ਦੀ ਰਹਿਮਤ ਹੋਣੀ ਚਾਹੀਦੀ ਹੈ। ਔਰ ਹੁਣ ਨਵੇਂ ਫਨਕਾਰ ਨੇ, ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਨਵੇਂ ਫਨਕਾਰਾਂ ਨੂੰ, ਫੀਮੇਲ ਨੂੰ ਅੱਗੇ ਆਉਣਾ ਚਾਹੀਦਾ, ਨਵਾਂ ਕੰਮ ਕਰਨਾ ਚਾਹੀਦਾ। ਅਮਾਨੁੱਲਾ ਲਈ ਕਾਮੇਡੀ ਛੱਡ ਦਿਓ, ਅਮਾਨੁੱਲਾ ਸਾਹਿਬ ਵਾਲਾ ਕੰਮ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਇਹ ਹੁਣ ਤੱਕ ਮੈਂ ਦੇਖ ਰਹੀ ਹਾਂ ਕਿ ਅਮਾਨੁੱਲਾ ਸਾਹਿਬ ਉਹ ਤੇ ਰਹਿੰਦੀ ਦੁਨੀਆ ਤੱਕ, ਜਿਵੇਂ ਅਮਾਨੁੱਲਾ ਸਾਹਿਬ ਇੱਕ ਸਦੀ ਦਾ ਨਾਂ ਹੈ, ਉਹ ਜਲਦੀ ਕਰਕੇ ਅਮਾਨੁੱਲਾ ਸਾਹਿਬ ਦਾ ਨਾਂ ਨਹੀਂ ਮੁੱਕ ਸਕਦਾ। ਲੇਕਿਨ ਕੋਈ ਨਵੀਂ ਗੱਲ ਕਰੋ, ਕੋਈ ਨਵਾਂ ਕੰਮ ਕਰੋ, ਕੋਈ ਨਵੀਂ ਜੁਗਤ ਲੈ ਕੇ ਆਓ, ਕੋਈ ਸਿਚੁਏਸ਼ਨ 'ਚ ਲਿਆ ਕੇ ਨਵੀਂ ਗੱਲ ਕਰੋ ਪਲੀਜ਼। ਮੈਂ ਮੁੰਡਿਆਂ ਨੂੰ ਜ਼ਰੂਰ ਕਹਾਂਗੀ, ਅੱਛਾ ਕੰਮ ਕਰੋ, ਵਲਗੈਰਿਟੀ ਤੋਂ ਦੂਰ ਰਹੋ, ਵਰਨਾ ਜੋ ਸਿਚੁਏਸ਼ਨਸ ਚੱਲ ਰਹੀਆਂ ਨੇ ਇਹਦੇ ਵਿੱਚ ਤੇ ਤੁਸੀਂ ਗੰਦੀ ਗੱਲ, ਔਰ ਤੁਸੀਂ ਆਪਣੇ ਆਪ ਨੂੰ ਪ੍ਰਾਊਡ ਨਾ ਸਮਝਿਆ ਕਰੋ ਕਿ ਤੁਸੀਂ ਬਚ ਗਏ ਹੋ। ਮਤਲਬ ਗੰਦੀ ਗੱਲ ਕਰਕੇ ਤੁਸੀਂ ਇਹ ਸੋਚ ਰਹਿੰਦੇ ਹੋ ਕਿ ਸਾਨੂੰ ਹਰ ਚੀਜ਼ ਰਿਕਾਰਡ ਹੋ ਰਹੀ ਹੁੰਦੀ ਹੈ, ਔਰ ਜਿਹੜੇ ਤਾਲੁਕਾਤ ਹੁੰਦੇ ਨੇ ਉਹ ਕਿੰਨੀ ਕੁ ਦੇਰ ਹੁੰਦੇ ਨੇ। ਸਾਨੂੰ ਤਾਂ ਕੋਈ ਕੁਛ ਨਹੀਂ ਕਹਿੰਦਾ ਬਈ, ਤੁਹਾਨੂੰ ਕਿਉਂ ਨਹੀਂ ਕੋਈ ਕੁਛ ਕਹਿੰਦਾ ਅਗਰ ਤੁਸੀਂ ਵਲਗਰ ਗੱਲ ਕਰਦੇ ਹੋ? ਇਹਦਾ ਮਤਲਬ ਹੈ ਤੁਹਾਡੇ ਪਿੱਛੇ ਕੋਈ ਹੈ, ਤੇ ਜਿਸ ਦਿਨ ਜਿਹੜੇ ਤੁਹਾਡੇ ਪਿੱਛੇ ਵਾਲੇ ਨੇ ਉਹ ਫਾਰਗ ਹੋ ਗਏ ਤੇ ਨਵਿਆਂ ਨੇ ਤੇ ਕਿਸੇ ਦੀ ਨਹੀਂ ਸੁਣਨੀ। ਮੈਂ ਰੂਬੀ ਅਨਮ ਹੋ ਕੇ ਅੱਜ ਤੱਕ ਆਪਣਾ, ਮੈਂ ਕਿਸੇ ਦੇ ਨਾਲ ਜ਼ਿੰਦਗੀ ਦੇ ਵਿੱਚ ਮੈਂ ਕੰਪਰੋਮਾਈਜ਼ ਨਹੀਂ ਕੀਤਾ ਕੰਮ ਵਾਸਤੇ। ਤੁਸੀਂ ਡਰਾਮਾ ਵੇਖਿਆ ਮੇਰੇ ਹਾਲ ਦੇ ਵਿੱਚ, ਤੁਸੀਂ ਵੇਖਿਆ ਹੋਏਗਾ ਕਿ ਮੈਂ ਵਲਗੈਰਿਟੀ ਤੋਂ ਦੂਰ ਰਹਿੰਦੀ ਹਾਂ। ਮੈਂ ਹੁਣ ਤੁਹਾਡਾ ਡਰਾਮਾ ਦੇਖ ਕੇ ਵਲਗੈਰਿਟੀ ਤੋਂ ਦੂਰ ਰਹਿੰਦੀ ਹਾਂ। ਇਦਾਂ ਹੀ ਮੈਂ ਕਹਿੰਦੀ ਹਾਂ ਸਿਚੁਏਸ਼ਨ 'ਚ ਤੁਸੀਂ ਮਿੱਠੀ ਗੱਲ ਕਰ ਲਓ। ਔਰਤ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਰੀਕ ਕੱਪੜੇ ਨਹੀਂ ਪਾਣੇ, ਤੇ ਤੁਸੀਂ ਮੈਂ ਥੀਏਟਰ ਤੋਂ ਹੀ ਸੈੱਟ ਇੰਝ ਆਈ ਹਾਂ। ਮੈਨੂੰ ਕਿ ਕਿਸੇ ਨੇ ਇੱਟਾਂ ਮਾਰੀਆਂ ਜਾਂ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਕਿਉਂ ਇੰਝ ਆਈ ਹੈ? ਬਿਹਤਰੀਨ ਅਮਲ ਹੈ, ਫੀਮੇਲ ਜਿੰਨਾ ਆਪਣੇ ਆਪ ਨੂੰ ਰੋਲ ਦੇ ਮੁਤਾਬਕ ਰਹੇਗੀ ਉਹ ਅੱਛੀ ਰਹੇਗੀ। ਅਗਰ ਮੇਰਾ ਰੋਲ ਸੀ ਤੇ ਮੈਂ ਆਪਣੇ ਰੋਲ ਦੇ ਮੁਤਾਬਿਕ ਕੰਮ ਕੀਤਾ।
ਤੁਸੀਂ ਜਿਹੜੀਆਂ ਹੁਣ ਇਹ ਬੱਚੀਆਂ ਜਿਹੜੀ ਬੋਲਡ ਸਟੈਪ ਕਰਦੀਆਂ ਹਨ ਜਾਂ ਜਿਹੜੀ ਬੋਲਡ ਗੱਲ ਕਰ ਜਾਂਦੀਆਂ ਜਾਂ ਵਲਗਰ ਗੱਲ ਕਰ ਜਾਂਦੀਆਂ ਵਲਗਰ ਸਟੈਪ ਕਰਦੀਆਂ ਹਨ, ਠੀਕ ਹੈ, ਇਹਨਾਂ ਤੋਂ ਨਾਰਾਜ਼ ਹੋ ਜਾਂ ਨਹੀਂ? ਉਹਨਾਂ ਨੂੰ ਇਸ ਗੱਲ ਤੋਂ ਮਮਾਨਤ ਹੈ ਤੁਹਾਡੀ? ਨਾ ਮੈਂ ਕਿਉਂ, ਅਜ਼ਮਾ ਬੁਖਾਰੀ ਸਾਹਿਬਾ ਹੈ ਨੇ ਨਾ, ਆਰਟਸ ਕਾਉਂਸਲਸ ਮੌਜੂਦ ਨੇ, ਉਹ ਆਪੇ ਪੁੱਛ ਲੈਣਗੇ, ਅਸੀਂ ਕਿਉਂ ਪੁੱਛੀਏ? ਮੈਂ ਕਿਉਂ ਕਵਾਂ? ਮੈਨੂੰ ਤਾਂ ਸਭ ਪਿਆਰ ਕਰਦੇ, ਮੇਰੇ ਗੋਡਿਆਂ ਨੂੰ ਹੱਥ ਲਾਉਂਦੀਆਂ, ਮੈਨੂੰ ਮੇਰਾ ਮੂੰਹ ਮੱਥਾ ਚੁੰਮਦੀਆਂ ਨੇ, ਮੈਨੂੰ ਪਿਆਰ ਕਰਦੀਆਂ, ਮੈਨੂੰ ਆਪੀ ਕਹਿੰਦੇ ਸਭ ਦਾ ਮੂੰਹ ਸੁੱਕਦਾ, ਇੰਨਾ ਪਿਆਰ ਕਰਦੀਆਂ। तमाम ਥੀਏਟਰ ਦੀਆਂ ਫੀਮੇਲ ਮੈਨੂੰ ਆ ਕੇ ਮਿਲ ਕੇ ਗਈਆਂ, ਤੇ ਮੈਂ ਆਪਣੀ ਇੱਜ਼ਤ ਵਿੱਚ ਵਾਧਾ ਪਾਵਾਂ, ਮੈਂ ਘਟਾਵਾਂ ਕਿਉਂ? ਮਹੀਨੇ ਦੇ ਅੰਦਰ ਕਿਤਨੇ ਦੇ ਕੱਪੜੇ ਖਰੀਦ ਲੈਂਦੇ ਹੋ? ਮੈਂ ਕੱਪੜਿਆਂ ਦੇ ਮਾਮਲੇ 'ਚ ਬਹੁਤ ਕੰਜੂਸ ਹਾਂ। ਮੈਂ ਬਹੁਤ ਮਤਲਬ ਮੈਂ ਉਸ ਤਰ੍ਹਾਂ ਦੇ ਡਰੈਸਿਸ ਨਹੀਂ ਪਾਉਂਦੀ ਜਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਕਿ ਬਹੁਤ ਲੈਵਿਸ਼ ਕਿਸਮ ਦੇ ਜਾਂ ਬ੍ਰਾਂਡ ਦੇ। ਮੈਂ ਦੇਸੀ ਕੱਪੜੇ ਪਾਉਂਦੀ ਹਾਂ, ਤੇ ਜੇ ਆਪਣੇ ਰੋਲ ਦੇ ਮੁਤਾਬਕ ਪਾਉਂਦੀ ਹਾਂ। ਮੈਂ ਬਹੁਤ ਜ਼ਿਆਦਾ ਮੈਂ ਨਹੀਂ। 20,000 ਲਾ ਦਿੰਦੇ ਹੋ? 21,000 ਰੁਪਈਆ ਸਲਾਮੀ, ਜਿਹੜੀ 21,000 ਰੁਪਏ ਮੈਨੂੰ ਸਲਾਮੀ ਦੇਣੀ ਹੈ। ਨਹੀਂ ਮਹੀਨੇ ਦਾ ਮੈਂ ਕਹਿ ਰਿਹਾ ਕੱਪੜਿਆਂ ਨਹੀਂ, ਮੈਂ ਹਰ ਮਹੀਨੇ ਕੱਪੜੇ ਬਣਵਾਉਂਦੀ ਵੀ ਨਹੀਂ, ਐਵੇਂ ਮੈਂ ਝੂਠ ਬੋਲਾਂ। ਮੇਰੇ ਕੱਪੜਿਆਂ ਦਾ ਮੈਂ ਸ਼ਲਵਾਰ ਕਮੀਜ਼ ਪਾਉਂਦੀ ਹਾਂ ਡਰਾਮੇ ਦੇ ਉੱਤੇ ਜਾਂ ਸਕਰੀਨ ਤੇ ਪਾਉਂਦੀ ਹਾਂ, ਤੇ ਅਲਹਮਦੁਲਿल्लाह ਰੱਬਿਲ ਆਲਮੀਨ ਮੈਂ ਬਹੁਤ ਜ਼ਿਆਦਾ ਪੈਸੇ ਨਹੀਂ ਖਰਚ ਕਰਦੀ। ਮੈਂ ਉਹਨੇ ਖਰਚ ਕਰਨੀ ਆ ਔਰ ਉਹਨੇ ਕੱਪੜੇ ਰੱਖਣੀ ਆ ਜਿੰਨਾ ਕਿ ਮੈਨੂੰ ਆਪਣੇ ਖੁਦਾ ਨੂੰ ਅਗਰ ਜਵਾਬ ਦੇਣਾ ਪਵੇ ਫੌਰਨ ਵੀ, ਤੇ ਮੈਂ ਉਹਨਾਂ ਨੂੰ ਜਵਾਬ, ਆਪਣੇ ਰੱਬ ਨੂੰ ਜਵਾਬ ਦੇ ਸਕਾਂ ਕਿ ਮੈਂ ਇੰਨਾ ਖਰਚਾ ਆਪਣੇ ਤੇ ਨਹੀਂ ਕਰਦੀ। ਆਪਣੀ ਜ਼ਿੰਦਗੀ ਦੇ ਅੰਦਰ ਕੋਈ ਮਲਾਲ ਬਾਕੀ ਹੈ ਜਿਹਦਾ ਅੱਜ ਪਛਤਾਵਾ ਹੋਵੇ? ਹਾਂ, ਮਲਾਲ ਤੇ ਬੰਦੇ ਨੂੰ ਬਹੁਤ ਹੁੰਦਾ ਹੈ, ਬਟ ਮੈਂ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਕੀਤਾ, ਬਹੁਤ ਅੱਛਾ ਦੋਸਤ, ਬਹੁਤ ਅੱਛੀ ਮੈਂ ਉਹਨਾਂ ਦੇ ਨਾਲ ਲਾਈਫ ਗੁਜ਼ਾਰੀ, ਬੜਾ ਅੱਛਾ ਦੋਸਤਾਂ ਤਰ੍ਹਾਂ ਟਾਈਮ ਗੁਜ਼ਾਰਿਆ। ਲੇਕਿਨ ਮੈਨੂੰ ਬਾਅਦ 'ਚੋਂ ਪਤਾ ਲੱਗਾ ਕਿ ਇਹ ਤੇ ਮੈਂ ਟਾਈਮ ਵੇਸਟ ਹੀ ਕੀਤਾ। ਤੇ ਮਲਾਲ ਹੁੰਦਾ ਕਦੀ ਕਦੀ ਕਿ ਮੈਨੂੰ ਖਾਨਦਾਨ ਜ਼ਰੂਰ ਵੇਖਣਾ ਚਾਹੀਦਾ, ਨਸਲ ਵੇਖਣੀ ਚਾਹੀਦੀ ਹੈ, ਠੀਕ ਹੈ। ਤੇ ਮੈਂ ਸ਼ਾਇਦ ਫੀਲ ਕਰਨੀ ਹੈ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਦੇ ਉੱਤੇ ਮੈਂ ਬਹੁਤ ਮਿਹਨਤ ਕੀਤੀ, ਉਹਨਾਂ ਨੂੰ ਅੱਗੇ ਲਿਆਉਣ ਵਾਸਤੇ, ਉਹਨਾਂ ਨੂੰ ਜਾਂ ਉਹਨਾਂ ਦੀ ਲਾਈਫ ਚੇਂਜ ਕਰਨ ਵਾਸਤੇ, ਜਾਂ ਉਹਨਾਂ ਦੇ ਪਹਿਨਾਵੇ ਵਾਸਤੇ, ਉਹਨਾਂ ਦੀ ਗੁਫ਼ਤਗੂ ਵਾਸਤੇ ਮੈਂ ਬਹੁਤ ਕੁਝ ਕੀਤਾ। ਲੇਕਿਨ ਸ਼ਾਇਦ ਉਹ ਮੇਰੀ ਗਲਤੀ ਹੀ ਸੀ। ਲੇਕਿਨ ਉਹਦੇ ਮੁਕੱਦਰ ਅੱਛੇ ਸਨ, ਔਰ ਪਰਵਰਦੀਗਾਰ ਨੇ ਸ਼ਾਇਦ ਉਹ ਲੋਕ ਜਿਹੜੇ ਸਨ ਜ਼ਿਆਦਾ ਅੱਛੇ ਸਨ ਕਿ ਅੱਲਾਹ ਤਾਲਾ ਨੇ ਮੇਰੇ ਹੱਥੋਂ ਉਹਨਾਂ ਦੀ ਵੈਸੇ ਕਾਮਯਾਬੀ ਲਿਖੀ ਸੀ। ਲੇਕਿਨ ਤੁਸੀਂ ਹੁਣ ਇਸ ਟਾਈਮ ਨਾ ਜੁੱਤੀ ਕੱਪੜੇ ਦਾ ਪੈਸਾ ਲਾ ਰਹੇ ਹੋ, ਮੇਕਅਪ ਤੇ ਲਾਉਂਦੇ ਹੋ? ਮੇਕਅਪ ਤੁਸੀਂ ਵੇਖ ਲਓ ਮੈਂ ਜਿੰਨਾ ਕੁ ਕੀਤਾ ਹੈ। ਇਹਦੇ ਕਿਤਨੇ ਸਾਰੇ ਦਾ ਲਏ ਹੈ, ਖਰੀਦੇ ਹੈ? ਨਹੀਂ, ਇਹ ਮੇਕਅਪ ਤੇ ਬਿਲਕੁਲ ਮਾਈਨਰ ਜਿਹਾ। ਹੁਣ ਉਹ ਮੇਕਅਪ ਉਹ ਵਾਲਾ ਥੋੜੀ ਰਿਹਾ ਥੀਏਟਰ ਤੇ, ਹੁਣ ਤੇ ਜ਼ੀਰੋ ਮੇਕਅਪ ਹੈ। ਇਹ ਤੇ ਫੇਰ ਵੀ ਮੈਂ ਥੋੜੀ ਬਹੁਤ ਪਫਿੰਗ ਕੀਤੀ ਹੋਏਗੀ। ਮੈਂ ਤੇ ਸਟੇਜ ਤੇ ਮੇਕਅਪ ਕੀਤਾ ਹੀ ਨਹੀਂ ਸਾਰੀ ਜ਼ਿੰਦਗੀ। ਮੇਰਾ ਤੇ ਮੇਕਅਪ ਨਹੀਂ, ਮੈਂ ਅਲਹਮਦੁਲਿल्लाह ਰੱਬਿਲ ਆਲਮੀਨ ਮੇਰੇ ਰੋਲਸ ਇੰਜ ਦੇ ਸਨ, ਮੈਨੂੰ ਮੇਕਅਪ ਕਰਨ ਦੀ ਤੇ ਜ਼ਰੂਰਤ ਹੀ ਨਹੀਂ ਪਈ। ਵੈਸੇ ਖਰੀਦਿਆ ਹੈ ਮੇਕਅਪ? ਹਾਂ, ਕਦੀ ਕਦਾ ਖਰੀਦ ਲੈਂਦੇ ਹਾਂ, ਕਦੀ ਕਿੱਟ ਲੈ ਲੈਂਦੇ ਹਾਂ। ਕਿਤਨੇ ਦੀ ਲੱਭਦੀ ਹੈ? ਮੇਕਅਪ 5,000 ਰੁਪਏ ਦੀ ਕਿੱਟ ਲਵੋ, ਸਾਰਾ ਕੁਝ ਵਿੱਚੇ ਹੁਣ ਤੇ। ਪੈਸੇ ਕਿੱਥੇ ਲਾਉਂਦੇ ਹੋ ਜਿਹੜੇ ਕਮਾਉਂਦੇ ਹੋ? ਜੀ ਅਲਹਮਦੁਲਿल्लाह ਰੱਬਿਲ ਆਲਮੀਨ ਮੇਰਾ ਜਿਨ੍ਹਾਂ ਦੇ ਨਸੀਬਾਂ ਦੇ ਹੁੰਦੇ ਨੇ ਮੇਰਾ ਮਾਲਿਕ ਉਹਨਾਂ ਤੱਕ ਜ਼ਰੂਰ ਪਹੁੰਚਾ ਦਿੰਦਾ। ਵੈਸੇ ਖਰਚਾ ਕਿਸੇ ਆਪਣੀ ਜ਼ਾਤ ਉੱਤੇ ਹੀ ਬੰਦਾ ਕਿਸੇ ਚੀਜ਼ ਉੱਤੇ ਪੈਸੇ ਲਾਉਂਦਾ ਨਾ। ਹਾਂ, ਮੈਂ ਹੱਜ ਤੇ ਜਾਨੀ ਆ, ਮੈਂ ਪੈਸੇ ਖਰਚ ਕਰਨੀ ਆ। ਮੈਂ ਜ਼ਿਆਰਤਾਂ ਤੇ ਜਾਨੀ ਆ, ਮੈਂ ਖਰਚ ਕਰਨੀ ਆ। ਮੈਂ ਅਲਹਮਦੁਲਿल्लाह ਰੱਬਿਲ ਆਲਮੀਨ ਆਪਣੀ ਫੈਮਿਲੀ ਜੋ ਮੇਰੇ ਵਾਸਤੇ ਅੱਲਾਹ ਤਾਲਾ ਨੇ, ਮੇਰਾ ਖਾਨਦਾਨ ਹੈ ਮੇਰੇ ਵਾਸਤੇ, ਉਹੀ ਸਭ ਕੁਝ ਹੈ। ਮੈਂ ਜੋ ਕੁਝ ਕਮਾਨੀ ਆ ਉਹਨਾਂ ਵਾਸਤੇ ਵੇ, ਉਹਦੇ ਵਿੱਚੋਂ ਜੋ ਬਚੇ ਉਹ ਮੇਰੇ ਵਾਸਤੇ ਵੇ। ਚੰਦ ਅਦਾਕਾਰਾਂ ਦੇ ਤੁਹਾਡੇ ਸਾਹਮਣੇ ਨਾ ਲਵਾਂਗਾ, ਤੁਸੀਂ ਇੱਦਾਂ ਦੱਸਣਾ ਵੀ ਆਫ ਦੀ ਕੈਮਰਾ, ਕਿਉਂਕਿ ਕੈਮਰੇ ਅੱਗੇ ਤਾਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਲੇਕਿਨ ਉਹ ਕਿਰਦਾਰ ਦੇ ਅੰਦਰ ਹੁੰਦੇ ਨੇ। ਆਫ ਦੀ ਫੀਲਡ ਉਹ ਕਿੱਦਾਂ ਦੇ, ਉਹਨਾਂ ਦਾ ਮਜ਼ਾਜ ਕਿੱਦਾਂ ਦਾ ਵੈ, ਔਰ ਤੁਸਾਂ ਦੇ ਉਹਨਾਂ ਨਾਲ ਕਨੈਕਸ਼ਨ ਕਿੱਦਾਂ ਦਾ ਵੈ। ਉਸ ਤੋਂ ਪਹਿਲੇ ਇੱਕ ਆਖਰੀ ਸਵਾਲ ਕਿ ਆਫਤਾਬ ਇਕਬਾਲ ਸਾਹਿਬ ਦੇ ਨਾਲ ਤੁਸੀਂ ਬਹੁਤ ਅਰਸਾ ਪ੍ਰੋਗਰਾਮ ਕੀਤੇ ਨੇ ਉਹਨਾਂ ਦੇ ਸ਼ੋਅ ਦੇ ਅੰਦਰ, ਤੇ ਉਹ ਕਿੱਦਾਂ ਦੇ ਨੇ, ਉਹ ਪ੍ਰੋਗਰਾਮ ਕਿਸ ਤਰ੍ਹਾਂ ਦੇ ਹੁੰਦੇ ਸਨ? ਮਜ਼ਾ ਆਇਆ ਉਸ ਦੇ ਨਾਲ? ਕੁਝ ਮੈਂ ਹੁਣ ਰੀਸੈਂਟਲੀ 2 ਮਹੀਨੇ ਰਹਿ ਕੇ ਆਈ ਹਾਂ ਖਬਰਹਾਰ ਸਮੰਦਰ ਪਾਰ, ਉਹਨਾਂ ਦੇ ਨਾਲ UK ਕਰਕੇ ਆਈ ਹਾਂ ਅਲਹਮਦੁਲਿल्लाह ਰੱਬਿਲ ਆਲਮੀਨ। ਮੈਨੂੰ ਆਈ ਨੂੰ ਹਲੇ 8-10 ਦਿਨ ਹੀ ਹੋਏ ਨੇ, ਤੇ ਬਹੁਤ ਮਜ਼ਾ ਆਇਆ, ਬਹੁਤ ਅੱਛਾ। ਆਫਤਾਬ ਇਕਬਾਲ ਸਾਹਿਬ ਦੇ ਨਾਲ ਕੰਮ ਕਰਕੇ ਕੰਮ ਤੁਹਾਡਾ ਕੱਦ ਵੱਧਦਾ ਹੀ ਹੈ, ਔਰ ਉਹ ਕੰਮ ਕਰਦੇ ਨੇ, ਉਹ ਆਪਣੇ ਕੰਮ ਨਾਲ ਬਹੁਤ ਇਮਾਨਦਾਰ ਨੇ ਕੰਮ ਨਾਲ। ਬਾਕੀ ਮੈਨੂੰ ਉਹਨਾਂ ਦੇ ਨਾਲ ਇਹ ਵੇ ਕਿ ਕੰਮ ਅੱਛਾ ਕਰਦੇ ਨੇ, ਫੀਮੇਲ ਦੀ ਰਿਸਪੈਕਟ ਕਰਦੇ ਨੇ। ਮੈਂ ਉਹਨਾਂ ਦੇ ਨਾਲ ਕੰਮ ਕਰਕੇ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਨੀ। ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਹਾਂ, ਔਰ ਇੱਜ਼ਤ ਵੀ ਸਮਝਦੇ ਹੋ ਉਹਨਾਂ ਨਾਲ ਕੰਮ ਆਫ ਕੋਰਸ ਉਹਨਾਂ ਦੇ ਨਾਲ ਕੰਮ ਕਰਨਾ ਇੱਜ਼ਤ ਦੇ। ਜਿਹੜਾ ਬੰਦਾ ਔਰਤ ਦੀ ਇੱਜ਼ਤ ਕਰਦਾ ਹੋਵੇ, ਕੰਮ ਨੂੰ ਕੰਮ ਸਮਝਦੇ ਹੋਣ, ਮੇਰਾ ਖਿਆਲ ਹੈ ਉਹਦੇ ਨਾਲ ਕੰਮ ਕਰਕੇ ਔਰਤ ਨੂੰ ਜ਼ਿਆਦਾ ਮਜ਼ਾ ਆਉਂਦਾ, ਇੱਜ਼ਤ ਫੀਲ ਹੁੰਦੀ। ਇਫਤਖਾਰ ਠਾਕਰ ਜੀ ਆਫ ਦੀ ਕੈਮਰਾ ਕਿੱਦਾਂ ਦੇ ਨੇ, ਉਹਨਾਂ ਦਾ ਮਜ਼ਾਜ ਕਿੱਦਾਂ ਦਾ, ਬਾਕੀ ਸਿਤਾਰਿਆਂ ਨਾਲੋਂ ਕਿਸ ਤਰ੍ਹਾਂ ਬੋਲਦੇ ਚੱਲਦੇ? ਆਫਤਾਬ, ਅੱਛਾ ਜੀ, ਤੁਸੀਂ ਇਫਤਖਾਰ ਠਾਕੁਰ ਸਾਹਿਬ ਮੇਰੇ ਦੋਸਤ ਨੇ, ਔਰ ਪੂਰੀ ਫੀਲਡ ਵਿੱਚ ਸਿਰਫ ਮੇਰੇ ਉਹ ਵਾਹਿਦ ਇਕੱਲੇ ਦੋਸਤ ਨੇ ਜਿਨ੍ਹਾਂ ਦੇ ਨਾਲ ਮੇਰਾ ਆਣਾ ਜਾਣਾ ਹੈ। ਔਰ ਮੇਰੀ ਜ਼ਿੰਦਗੀ 'ਚ ਸ਼ਾਇਦ ਇੰਨਾ ਮੇਰੇ ਕਲੋਜ਼ ਕੋਈ ਵੀ ਨਹੀਂ ਜਿੰਨਾ ਹਾਜੀ ਇਫਤਖਾਰ ਠਾਕੁਰ ਹੈ। ਔਰ ਉਹ ਇੱਕ ਅੱਛਾ ਇਨਸਾਨ ਹੈ, ਔਰ
ਲੋਕੀ ਜਿੰਨੀਆਂ ਮਰਜ਼ੀ ਉਹਦੀ ਬੁਰਾਈਆਂ ਕਰਨ, ਉਹ ਇੱਕ ਵੱਖਰਾ ਸਿਤਾਰਾ ਜਿਹੜਾ ਚੰਨ ਦੇ ਨੇੜੇ ਨੇੜੇ ਹੁੰਦਾ ਤੇ ਨਜ਼ਰ ਆ ਰਿਹਾ ਹੁੰਦਾ ਕੱਲਾ, ਉਹ ਵੇ ਹਾਜੀ ਇਫਤਖਾਰ ਖਾਨ। ਹਾਜੀ ਇਫਤਖਾਰ ਠਾਕੁਰ ਸਾਹਿਬ। ਜਵੇਦ ਬੂਟਾ, ਜਵੇਦ ਬੂਟਾ ਕਹਿ ਕੇ ਆਪਣਾ ਉਦਾਸ, ਅਕਰਮ ਉਦਾਸ ਬੂਟਾ। ਅਕਰਮ ਉਦਾਸ ਤੇ ਇੱਕ ਫੁੱਲ ਝੜੀਏ, ਇੱਕ ਅਕਰਮ ਉਦਾਸ स्वीट हार्ट है। अकरम उदास बहुत प्यारा दोस्त है और इंसान बहुत अच्छा है, दिमाग बहुत अच्छा ਉਹਦਾ, ਆਉਣ ਵਾਲੀ ਜ਼ਿੰਦਗੀ ਉਹਨੂੰ ਪਤਾ ਹੈ, ਉਹ ਬਹੁਤ ਇੰਟੈਲੀਜੈਂਟ ਹੈ, ਇੰਟੈਲੀਜੈਂਟ ਆਦਮੀ। ਤੁਹਾਡੇ ਨਾਲ ਉਹਨਾਂ ਦਾ ਕਿਹਦਾ ਰਵੱਈਆ ਹੈ? ਮੇਰਾ ਜਿਗਰੋਟਾ ਹੈ, ਲਾਓ ਕੀ ਪੇ ਕਰ ਦਿਓ, ਮੈਂ ਇੰਨੀਆਂ ਗੱਲਾਂ ਐਵੇਂ ਬਗੈਰ ਵਜ੍ਹਾ ਤੋਂ ਕਰ ਦੇਵਾਂਗੀ ਉਹਦੀਆਂ। ਬੂਟਾ ਗਾਲਾਂ ਕੱਢਦਾ ਹੈ? ਬੂਟਾ ਸਾਨੂੰ ਤਾਂ ਨਹੀਂ ਨਾ ਕੱਢ ਸਕਦਾ ਹੁਣ, ਸਾਡਾ ਐਸੇ ਕੱਢਦਾ ਹੈ? ਨਹੀਂ, ਬੂਟੇ ਦਾ ਕੰਟੀਨਿਊਟੀ ਰੱਬ ਨੇ ਹਿੱਟ ਕੀਤੀ ਹੈ, ਉਹ ਬਹੁਤ ਸੌਫਟ ਆਦਮੀ ਹੈ, ਆਮ ਲਾਈਫ ਦੇ ਵਿੱਚ ਬਹੁਤ ਡਿਫਰੈਂਟ ਹੈ। ਮੈਂ ਜਿੱਥੇ ਤੱਕ ਸੁਣਿਆ ਕਿ ਉਹਨਾਂ ਦਾ ਜਿਹੜਾ ਘਰ ਹੈ ਉਹ तमाम ਅਦਾਕਾਰਾਂ ਲਈ ਬੈਠਕ ਹੈ, ਜਿਹੜਾ ਜਿਸ ਟਾਈਮ ਮਰਜ਼ੀ ਜਾਵੇ ਉੱਥੇ ਉਹਦੀ ਖਿਦਮਤ ਲਈ ਉਹ ਤਿਆਰ ਹੁੰਦੇ ਨੇ। ਬੇਸ਼ੱਕ ਆਰਟਿਸਟ, ਜਿਹੜੇ ਆਰਟਿਸਟ ਨੇ ਇੱਕ ਦੂਜੇ ਦੇ ਭੈਣ ਭਰਾ ਨੇ, ਇੱਕ ਦੂਜੇ ਦੇ ਦੋਸਤ ਨੇ, ਔਰ ਉਹਨਾਂ ਦਾ ਇੱਕ ਦੂਜੇ ਵਾਸਤੇ ਇੰਜ ਪਿਆਰ। ਔਰ ਮੈਂ ਵਾਹਿਦ ਫੀਮੇਲ ਆਰਟਿਸਟ ਹਾਂ, ਮੈਂ ਕਿਸੇ ਦੇ ਘਰ ਵੀ ਚਲੀ ਜਾਂਦੀ ਹਾਂ, ਮੇਰਾ तमाम ਲੋਕਾਂ ਦੇ ਘਰ ਆਉਣ ਜਾਣ ਹੈ ਵੇ। ਅਕਰਮ ਉਦਾਸ ਸਾਹਿਬ ਸਪੈਸੀਫਿਕਲੀ ਇਸ ਚੀਜ਼ ਵੀ ਮਸ਼ਹੂਰ ਹਨ। ਮੇਰੇ ਖਿਆਲ ਦੇ ਵਿੱਚ ਜਿਹੋ ਜਿਹਾ ਉਹਦਾ ਸਿਸਟਮ ਹੈ ਖਵਾਨ ਪਿਆਨ ਦਾ, ਦੋਸਤੀ ਯਾਰੀ ਦੇ ਵਿੱਚ, ਉਹ ਬੜੇ ਖੁੱਲੇ ਦਿਲ ਵਾਲਾ ਆਦਮੀ ਹੈ। ਸਰਦਾਰ ਕਮਾਲ ਅੱਲਾ ਨੂੰ ਜਨਤਾ 'ਚ ਜਗ੍ਹਾ ਦੇਵੇ। ਉਸ ਤੋਂ ਬਾਅਦ ਉਹਨਾਂ ਦੀ ਅਗਰ ਜਗ੍ਹਾ ਕਿਸੇ ਨੇ ਲਿੱਤੀ ਹੈ ਤੇ ਉਹ ਅਕਰਮ ਉਦਾਸ ਸਾਹਿਬ ਨੇ। ਨਾਸਰ ਚਨਿਓਟੀ ਸਾਹਿਬ। ਨਾਸਰ ਚਨਿਓਟੀ ਇਜ਼ ਮਾਈ ਲਵ, ਮਾਈ ਸਵੀਟ ਹਾਰਟ, ਮੇਰੀ ਜਿੰਦ ਮੇਰੀ ਜਾਨ। ਮੈਂ ਨਾਸਰ ਭਾਈ ਨੂੰ ਇੰਨਾ ਪਿਆਰ ਕਰਨੀ ਹੈ ਕਿ ਮੈਂ ਐਕਸਪਲੇਨ ਵੀ ਨਹੀਂ ਕਰ ਸਕਦੀ। ਮੈਂ ਨਾਸਰ ਦੇ ਨਾਲ, ਮੈਂ ਪੂਰੀ ਦੁਨੀਆ 'ਚ ਛੀਟਾਂ, ਮੈਂ ਨਾਸਰ ਦੇ ਨਾਲ ਖਲੋਤੀ ਹਾਂ ਤੇ ਮੈਨੂੰ ਇੰਝ ਲੱਗਦਾ ਕਿ ਮੇਰਾ ਕੱਦ ਵੱਧ ਗਿਆ। ਮੈਂ ਨਾਸਰ ਚਨਿਓਟੀ ਦੇ ਨਾਲ ਇੰਨਾ ਪਿਆਰ ਕਰਨੀ ਆ ਕਿ ਮੈਂ ਉਹਦੀ ਹਰ ਗਲਤੀ ਮਾਫ ਕਰ ਦੇਣੀ। ਵਾਹ, ਇਨਸਾਨ ਕੈਸੇ ਨੇ? ਉਹਦੇ ਵਰਗਾ ਇਨਸਾਨ ਇਹੋ ਜਿਹਾ ਹੈ ਕਿ ਉਹਦੇ ਵਰਗਾ ਦਿਲ ਕਿਸੇ ਦਾ ਨਹੀਂ ਹੋ ਸਕਦਾ। ਉਹਦਾ ਵਰਗਾ ਦਿਲ ਕਿਸੇ ਦਾ ਘੱਟ ਹੀ ਹੋਏਗਾ, ਬਹੁਤ ਘੱਟ, ਬੜੇ ਘੱਟ ਲੋਕਾਂ ਨੂੰ ਅੱਲਾ ਨੇ ਐਡਾ ਵਸੀ ਦਿਲ ਦਿੱਤਾ। ਵਾਹ ਵਾਹ। ਜ਼ਫਰੀ ਖਾਨ ਸਾਹਿਬ। ਜ਼ਫਰੀ ਇਜ਼ ਮਾਈ ਸੁਲਤਾਨ। ਮੈਂ ਜ਼ਫਰੀ ਖਾਨ ਸਾਹਿਬ ਨੂੰ ਸੁਲਤਾਨ ਕਹਿੰਦੀ। ਮੇਰਾ ਸੁਲਤਾਨ ਡਰਾਮਾ ਤੁਸੀਂ ਵੇਖਿਆ ਹੋਏਗਾ, ਮੈਂ ਉਹਨੂੰ ਕਹਿੰਦੀ ਹਾਂ ਮੇਰਾ ਸੁਲਤਾਨ, ਤੇ ਮੇਰਾ ਦੋਸਤ ਵੀ ਹੈ, ਮੇਰਾ ਭਰਾ ਵੀ ਹੈ। ਮੇਰਾ ਸੁਲਤਾਨ ਦੇ ਨਾਲ ਬਹੁਤ ਪਿਆਰ ਹੈ। ਔਰ ਮੈਂ ਵਾਹਿਦ ਪਾਕਿਸਤਾਨ ਦੀ ਆਰਟਿਸਟ ਹਾਂ। ਜਦੋਂ ਉਹਨੇ ਆਪਣਾ ਚੈਨਲ ਬਣਾਇਆ ਤੇ ਵਾਹਿਦ ਮੈਂ ਫੀਮੇਲ ਸਾਂ ਜਿਹੜੀ ਉਹਦੇ ਘਰ ਜਾ ਕੇ ਜਦੋਂ ਉਹਨੇ ਇੰਟਰਵਿਊ ਕੀਤਾ, ਜਦੋਂ ਉਹਨੇ ਖਾਣਾ ਕੀਤਾ, ਮੇਰੇ ਵਾਸਤੇ ਬੜੀ ਵੱਡੀ ਗੱਲ ਸੀ। ਉਸ ਤੋਂ ਪਹਿਲਾਂ ਉਹਨੇ ਕਦੀ ਕਿਸੇ ਫੀਮੇਲ ਦੇ ਇੰਟਰਵਿਊ ਨਹੀਂ ਸੀ ਕੀਤਾ। ਮੈਂ ਉਹਦੇ ਬੱਚਿਆਂ ਨੂੰ, ਉਹਦੀ ਫੈਮਿਲੀ ਨੂੰ, ਉਹ ਹਮੇਸ਼ਾ ਉਹਦੇ ਵਾਸਤੇ ਦੁਆ ਗੋ ਰਹਿੰਦੀ ਹਾਂ। ਉਹ ਇੱਕ ਵੱਡੇ ਦਿਲ ਦਾ ਆਦਮੀ ਹੈ, ਜਿਗਰੇ ਵਾਲਾ, ਇੱਜ਼ਤ ਕਰਨ ਵਾਲਾ। ਵਾਹ ਵਾਹ। ਵਿੱਕੀ ਕੋਡੂ। ਹਾਂ, ਵਿੱਕੀ ਕੋਡੂ ਤੇ ਮੁਝੇ ਵਿੱਕੀ ਕੋਡੂ ਦੇ ਨਾਲ ਮੇਰਾ ਪਿਛਲੇ 1 ਸਾਲ ਤੋਂ ਮੇਰੀ ਉਹਦੀ ਇਹੋ ਜਿਹੀ ਮੁਹੱਬਤ ਹੈ ਕਿ ਮੈਂ ਵਿੱਕੀ ਕੋਡੂ ਨਾਲ ਕੰਮ ਕਰਕੇ ਮੈਂ ਬਹੁਤ ਮਜ਼ਾ ਆਉਂਦਾ। ਵਿੱਕੀ ਕੋਡੂ ਤੇ ਮੈਨੂੰ ਲੱਗਦਾ ਕਿ ਅਸੀਂ ਜਦੋਂ ਆਉਂਦੇ ਤੇ ਲੋਕ ਇੰਜੋਏ ਕਰਦੇ ਨੇ, ਲੇਕਿਨ ਐਕਚੁਅਲੀ ਇਸ ਡਰਾਮੇ 'ਚ ਸਾਡੇ ਰੋਲ ਇੰਝ ਦੇ ਨਹੀਂ ਸਨ। ਲੇਕਿਨ ਉਹਦੇ ਬਾਵਜੂਦ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਲੋਕ ਚਾਹੁੰਦੇ ਨੇ ਕਿ ਸਾਡਾ ਆਪਸ 'ਚ ਲੜਾਈ ਜਾਂ ਸਾਡਾ ਆਪਸ ਦੇ ਵਿੱਚ ਛਿੰਝ ਪਵੇ। ਵਿੱਕੀ ਕੋਡੂ ਇੱਕ ਜਿਗਰੇ ਵਾਲਾ ਆਦਮੀ, ਔਰ ਉਹਨੂੰ ਪਤਾ ਕਿਹਨੂੰ ਬੁਲਾਉਣਾ ਹੈ, ਕਿਹਨੂੰ ਰੱਖਣਾ ਹੈ, ਕਿਹਦੇ ਨਾਲ ਕਿਵੇਂ ਰੱਖਣਾ ਹੈ। ਔਰ ਮੇਰਾ ਖਿਆਲ ਦੇ ਵਿੱਚ ਵਿੱਕੀ ਕੋਡੂ ਇਸ ਦੌਰ 'ਚ ਸਿਆਣਾ, ਇਸ ਦੌਰ ਦੇ ਵਿੱਚ ਸਭ ਤੋਂ ਸਿਆਣਾ ਵਿੱਕੀ ਕੋਡੂ ਹੈ। ਬਿਲਕੁਲ ਠੀਕ। ਖਵਾਤੀਨ ਦੇ ਵਿੱਚ ਜਾਂਦੇ ਆ, ਗਜ਼ਲ ਰਾਜਾ। ਗਜ਼ਲ ਰਾਜਾ ਇੱਕ ਟੈਲੈਂਟਡ ਔਰਤ ਹੈ, ਮਿਹਨਤੀ ਹੈ, ਉਹਨੇ ਸਟਰਗਲ ਕੀਤੀ ਹੈ ਔਰ ਬਦਮਾਸ਼ ਹੈ। बदमाश किस हवाले ना कह रहे हो? मतलब ਉਹਨੂੰ ਆਂਦਾ ਹੈ बदमाश से मुराद ये है कि बुरा आप ना करे कि उसका माश का कोई सिस्टम अकेली औरत होके सारिਆਂ ਦੇ ਨਾਲ ਇੰਜ 100 ਭਾਈਆਂ 'ਚ ਵੀ ਔਰਤਾਂ ਤਰ੍ਹਾਂ ਖਲੋਂਦੀ ਹੈ। ਮੇਰੇ ਖਿਆਲ 'ਚ ਮੇਰੀ ਜ਼ਿੰਦਗੀ 'ਚ ਬੜੇ ਘੱਟ ਐਸੀਆਂ ਖਵਾਤੀਨ ਫਿਲਮ ਸਟਾਰ ਨਰਗਿਸ ਸਾਹਿਬਾ ਜਿਹੜੇ ਨੇ ਉਹ ਬੜੇ ਦਬੰਗ ਸਨ। ਔਰ ਹਨੀ ਸ਼ਹਜ਼ਾਦੀ ਦਾ ਵੀ ਇੱਕ ਦੌਰ, ਹਨੀ ਨੇ ਵੀ ਬੜਾ ਦਬੰਗ ਸਟਾਈਲ ਦੇ ਨਾਲ ਲਾਈਫ ਗੁਜ਼ਾਰੀ, ਸਿਲਕ ਵੀ ਬੜੀ ਦਬੰਗ ਹੈ। ਲੇਕਿਨ ਮੇਰੀ ਜ਼ਿੰਦਗੀ 'ਚ 2 ਔਰਤਾਂ ਬਹੁਤ ਜ਼ਿਆਦਾ ਨੇ। ਇੱਕ ਮੇਰੀ ਦੋਸਤ ਨੇ ਆਸਮਾ ਭੱਟ ਸਾਹਿਬਾ, ਉਹ ਐਜ਼ ਏ ਪ੍ਰੋਡਿਊਸਰ ਦਬੰਗ, ਤੇ ਉਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਗਜ਼ਲ ਮੈਨੂੰ ਉਂਝ ਦੀ ਲੱਗਦੀ ਹੈ ਕਿ ਗਜ਼ਲ ਦਬੰਗ ਹੈ ਕੰਮ ਵਾਸਤੇ, ਫੀਮੇਲ ਵਾਸਤੇ, ਮੇਲ ਵਾਸਤੇ ਵੀ ਹੈ, ਲੇਕਿਨ ਫੀਮੇਲ ਵਾਸਤੇ ਬਹੁਤ ਅੱਛੀ ਹੈ। ਪੈਸੇ ਸ਼ੈਸੇ ਹੈ ਨਾ ਗਜ਼ਲ ਕੋਲ? ਹੋਣੇ ਚਾਹੀਦੇ ਨੇ, ਜੇ ਨਹੀਂ ਅਗਰ ਰੱਖੇਗੀ ਤੇ ਫਿਰ ਉਹਦੀ ਬੇਵਕੂਫੀ ਹੈ। ਉਹਦੇ ਕੋਲ ਹੋਣੇ ਚਾਹੀਦੇ ਨੇ, ਔਰ ਨਹੀਂ ਹੈਗੇ ਤੇ ਹੁਣ ਇਕੱਠੇ ਕਰੇ, ਕਿਉਂਕਿ ਮੇਰਾ ਖਿਆਲ ਦੇ ਵਿੱਚ ਇੱਕ ਐਡੀ ਅੱਛੀ ਆਰਟਿਸਟ ਹੋ ਕੇ ਉਹਨੇ ਆਪਣੇ ਆਪ ਨੂੰ ਘਰ ਰੱਖ ਲਿਆ। ਮਤਲਬ ਟੈਲੈਂਟਡ ਹੈ, ਬਹੁਤ ਖੂਬਸੂਰਤ ਸ਼ਕਲ ਹੈ ਉਹਦੀ, ਲੇਕਿਨ ਉਹਦੇ ਬਾਵਜੂਦ ਉਹਨੇ ਆਪਣਾ ਘਰ ਵਸਾਉਣ ਵਾਸਤੇ ਕੰਮ ਛੱਡਿਆ। ਐਜ਼ ਏ ਪ੍ਰੋਡਿਊਸਰ ਆਈਏ ਤੇ ਐਜ਼ ਏ ਪ੍ਰੋਡਿਊਸਰ ਕਾਮਯਾਬ ਹੋਈਏ, ਤੇ ਮੇਰੇ ਖਿਆਲ ਦੇ ਵਿੱਚ ਉਹਦੇ ਕੋਲ ਪੈਸੇ ਨਹੀਂ ਹੋਣਗੇ ਤੇ ਫਿਰ ਕਿਹਦੇ ਕੋਲ ਹੋਣਗੇ, ਮੈਨੂੰ ਦੱਸੋ ਤੁਸੀਂ। ਨਰਗਿਸ ਜੀ। ਨਰਗਿਸ ਜੀ ਦੇ ਬਾਰੇ 'ਚ ਮੈਂ ਹੁਣ ਕੁਝ ਵੀ ਗੱਲ ਕਰਨ ਤੋਂ ਪਹਿਲਾਂ ਨਾ 4 ਵਾਰੀ ਸੋਚਣੀ ਆ। ਉਹ ਅੱਲਾ ਦੇ ਇੰਨੇ ਨਜ਼ਦੀਕ ਹੋ ਗਈ ਹੈ, ਉਹ ਅੱਲਾ ਦੀ
एडी प्यारी है, ਉਹ ਅੱਲਾ ਦੀ ਇੰਨੀ ਪਿਆਰੀ ਹੈ ਕਿ ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਮੇਰਾ ਮਾਲਿਕ ਸਾਲ 'ਚ 3-3 ਵਾਰੀ ਤੇ ਉਹਨੂੰ ਖਾਨਾ ਕਾਬਾ ਬੁਲਾ ਰਹੇ ਨੇ, ਮਦੀਨੇ ਵਾਲਾ ਉਹਨਾਂ ਨੂੰ ਮਦੀਨੇ ਸ਼ਰੀਫ ਬੁਲਾ ਰਹੇ ਨੇ, ਲੋਕਾਂ ਦੀ ਹੈਲਪ ਕਰ ਰਹੀ ਹੈ, ਲੋਕਾਂ ਦੀਆਂ ਬੇਟੀਆਂ ਨੂੰ ਕੰਮ ਸਿਖਾ ਰਹੀ ਹੈ ਮੇਕਅਪ ਦਾ, ਲੋਕਾਂ ਦੀ ਬੱਚੀਆਂ ਦੇ ਸ਼ਾਦੀਆਂ ਕਰਾ ਰਹੀ ਹੈ, ਆਪਣੀ ਮਾਂ-ਬਾਪ ਦੀ ਇੰਨੀ ਖਿਦਮਤ ਕਰ ਰਹੀ ਹੈ। ਮੈਂ ਮੇਰੇ ਖਿਆਲ 'ਚ ਨਰਗਿਸ ਦਾ ਕੋਈ ਸਾਨੀ ਨਹੀਂ, ਨਰਗਿਸ ਦੀ ਕੋਈ ਕਾਪੀ ਨਹੀਂ ਕਰ ਸਕਦਾ, ਨਰਗਿਸ ਦਾ ਕੋਈ ਜੋੜ ਨਹੀਂ ਹੈਗਾ। ਮੈਂ ਨਹੀਂ ਮੰਨ ਸਕਦੀ ਕਿ ਜਿਵੇਂ ਮੈਡਮ ਨੂਰ ਜਹਾਂ ਜੀ ਇੱਕੋ ਹੀ ਸਨ, ਐਸੇ ਤਰ੍ਹਾਂ ਨਰਗਿਸ ਵੀ ਇੱਕੋ ਹੀ ਹੋਏਗੀ, ਕਿਉਂਕਿ ਬਾਕੀ ਖਵਾਤੀਨ ਸ਼ਾਇਦ ਕਿਤੇ ਨਾ ਕਿਤੇ 19-20 ਹੋ ਜਾਣ, ਯਾਨੀ ਕਿ ਉਹ ਆਪਣੇ ਸਾਰੇ ਰਿਸ਼ਤਿਆਂ ਨੂੰ ਬਹੁਤ ਸੋਹਣਾ ਰੱਖਦੀ ਹੈ। ਜਿਹੜਾ ਆਪਣੇ ਵਾਲਦੈਨ ਨੂੰ ਇੰਨਾ ਪਿਆਰਾ ਰੱਖਦੀ ਹੈ ਨਾ, ਵਾਲਦੈਨ ਵਾਸਤੇ ਇੰਨਾ ਕਰਦੀ ਹੈ, ਆਪਣੀਆਂ ਜਿਹੜੀ ਜਿੰਨਾ ਵੀ ਉਹਦੀ ਕੋਈ ਕ੍ਰਿਊ ਹੈ, ਜਿੰਨੇ ਵੀ ਉਹਦੇ ਕੁੜੀਆਂ ਨੇ, ਉਹਨਾਂ ਨੂੰ ਉਮਰੇ ਕਰਾਉਣਾ, ਹੱਜ ਕਰਾਉਣਾ, ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਕੱਪੜਿਆਂ ਦਾ, ਇਹ ਹਰ ਬੰਦਾ ਨਹੀਂ ਸੋਚ ਸਕਦਾ। ਔਰ ਮੇਰੇ ਖਿਆਲ 'ਚ ਨਰਗਿਸ ਇੱਕੋ ਹੀ ਹੈ, ਔਰ ਹਮੇਸ਼ਾ ਉਹ ਪਾਕਿਸਤਾਨ ਦੇ ਵਿੱਚ ਅੱਜ ਤੋਂ 50 ਸਾਲ ਬਾਅਦ ਵੀ ਉਹਦੀ ਹੀ ਮਿਸਾਲ ਦਿੱਤੀ ਜਾਏਗੀ ਕਿ ਅੱਛੀ ਆਰਟਿਸਟ ਸੀ, ਐਕਟਰੈਸ ਬਹੁਤ ਅੱਛੀ ਸੀ, ਪਰਫਾਰਮਰ ਬਹੁਤ ਅੱਛੀ ਸੀ, ਔਰ ਇਨਸਾਨ ਬਹੁਤ ਅੱਛੀ ਸੀ। ਔਰ ਅੱਜ ਵੇਖੋ ਮਾਸ਼ਾਅੱਲਾ ਅੱਲਾਹ ਤਾਲਾ ਨੇ, ਹੁਣ ਮੈਂ ਗੱਲ ਕਰ ਰਹੀ ਕਿਉਂਕਿ ਹੁਣ ਤੱਕਰ ਤੁਹਾਡੇ ਇੰਟਰਵਿਊ ਤੱਕਰ ਉਹ ਵਾਪਸ ਆ ਜਾਣਗੇ, ਉਹਨੇ ਕਿਸੇ ਨੂੰ ਨਹੀਂ ਦੱਸਿਆ ਵੈਦ ਕੀ ਹੱਜ ਕਰਨ ਗਏ ਨੇ। ਮਾਸ਼ਾਅੱਲਾ ਉਹ ਹੱਜ ਕਰਨ ਗਈ ਹੈ ਅੱਲਾ ਦੇ ਹੁਕਮ ਦੇ ਨਾਲ, ਔਰ ਐਡਾ ਸੋਹਣਾ ਅੱਲਾਹ ਤਾਲਾ ਨੇ ਉਹਨੂੰ ਹੱਜ ਕਰਾਇਆ ਫਿਰ, ਔਰ ਉਸ ਤੋਂ 2 ਮਹੀਨੇ ਪਹਿਲਾਂ ਉਮਰਾ ਕਰਕੇ ਆਇਆ ਸੀ माशाल्लाह, ਤੇ ਜਿਹਦੇ ਨਾਲ अल्लाह कबूल करे। अल्लाह ने कबूल किया होता है तो आप पहुंचते हैं, गाल बगैर तो- कबूलियत के तो आप पाँव नहीं निकाल सकते हैं। बिल्कुल इदा ही है गल। अगे दीदार मुल्तानी, दीदार मुल्तानी बहुत टैलेंटेड है और अपनी मेहनत कर दी है और अच्छी इंसान है। महक मलिक, महक मलिक कैटेगरी डिफरेंट। महक मलिक एक मेरे लगता है और रूबी है ना, मैं ਉਹ ਸਟਰਗਲ ਕਰੇਗੀ, ਉਹਦੇ ਨਾਲ 50 ਲੋਕਾਂ ਦਾ ਰਿਜ਼ਕ ਵਾਬਸਤਾ ਹੈ, ਉਹ ਬਹੁਤ ਮਿਹਨਤੀ ਹੈ, ਇਨਸਾਨ ਬਹੁਤ ਅੱਛੀ ਹੈ, ਇਬਾਦਤ ਗੁਜ਼ਾਰ ਹੈ। ਫਿਰ ਮੈਨੂੰ ਇੰਝ ਲੱਗਦਾ ਕਿ ਮੈਂ ਉਹਨੂੰ ਬਹੁਤ ਪਿਆਰ ਕਰਨੀ ਆ। ਮੈਂ ਰੀਅਲੀ ਸ਼ਦੀਦ ਤਰੀਨ ਮੁਹੱਬਤ ਵਿੱਚ ਗ੍ਰਿਫਤਾਰ ਆ ਮਹਿਕ ਮਲਿਕ ਦੀ, ਬਗੈਰ ਲਾਲਚ ਤੋਂ, ਬਗੈਰ ਕਿਸੇ ਕੰਮ ਤੋਂ। ਮੈਂ ਜ਼ਿੰਦਗੀ 'ਚ ਦੂਜਾ ਡਰਾਮਾ ਕੀਤਾ ਉਹਦੇ ਨਾਲ, ਲੇਕਿਨ ਮੈਂ ਸ਼ਦੀਦ ਮੁਹੱਬਤ ਕਰਨੀ ਆ। वाह वाह। आखिरी ने नसीम विक्की साहब, ਵਿੱਕੀ ਤੇ ਮੇਰਾ ਬਚਪਨ ਦਾ ਯਾਰ ਹੈ, ਜਿਗਰ ਹੈ ਮੇਰਾ, ਉਹਨੂੰ 7 ਖੂਨ ਮਾਫ ਨੇ। बचपन का दोस्त है। ਮੈਂ ਵਿੱਕੀ ਅਸੀਂ ਦੋਵੇਂ ਬਹੁਤ ਐਸੇ ਚਾਹ ਸੀ, ਮੇਰਾ 14 ਸਾਲ ਦੇ ਸਾਂ ਜਦੋਂ ਦਾ ਅਸੀਂ ਕੰਮ ਕਰ ਰਹੇ ਹਾਂ ਇਕੱਠੇ। ਅਸੀਂ ਸਾਰੀ ਜ਼ਿੰਦਗੀ ਇਕੱਠੀ, ਜ਼ਿੰਦਗੀ ਸਾਡੀ ਸਾਰੀ ਇਕੱਠੀ ਲੰਘ ਗਈ, ਲੜਦੇ ਆਂ, ਸ਼ਰਾਰਤਾਂ ਕਰਦੇ ਆਂ, ਪਿਆਰ ਕਰਦੇ ਆਂ, ਗੁੱਸਾ ਕਰਦੇ ਆਂ। ਤੇ ਨਸੀਮ ਵਿੱਕੀ ਮੇਰੀ ਜ਼ਿੰਦਗੀ 'ਚ ਮੇਰਾ ਅੱਛਾ ਦੋਸਤ ਹੈ, ਬਹੁਤ ਪਿਆਰਾ। ਉਹਦੀ ਬੀਵੀ ਮੇਰੀ ਜਿੰਦ ਜਾਨ ਹੈ, ਮੈਂ ਉਹਦੀ ਬੀਵੀ ਨੂੰ ਬਹੁਤ ਪਿਆਰ ਕਰਨੀ ਹੈ, ਮੈਂ ਉਹਦੀ ਬੀਵੀ ਨਾਲ ਸ਼ਦੀਦ ਪਿਆਰ ਕਰਨੀ ਹੈ, ਮੈਂ ਉਹਦੀ ਬੀਵੀ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਨੀ। ਮੈਨੂੰ ਲੱਗਦਾ ਕਿ ਉਹ ਮੇਰੀ ਜ਼ਿੰਦਗੀ 'ਚ 2 ਹੀ, ਇੱਕ ਨਾਸਰ ਚਨਿਓਟੀ ਦੀ ਮਿਸਿਸ ਤੇ ਇੱਕ नसीम विक्की। ਨਸੀਮ ਵਿੱਕੀ ਸਾਹਿਬ ਦੀ ਮਿਸਿਸ ਆ, ਦੋਵੇਂ ਮੇਰੀਆਂ ਬਹੁਤ ਪਿਆਰੀਆਂ, ਮੇਰੀਆਂ ਲਾਡਲੀਆਂ ਨੇ। ਮੈਨੂੰ ਅੱਧੀ ਰਾਤ ਨੂੰ ਆਵਾਜ਼ ਦੇਣ ਮੈਂ ਦੌੜਦੀ ਜਾਂਦੀ ਹਾਂ। क्या कहना है, वाह वाह।